गुरु 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 वाहिगुरु नाम जिहाज है, चढ़े सब उतरे पार। जो शरदा कर सीमंदे, गुरु परम तारण हार। वाहिगुरु नाम जिहाज है, चढ़े सब उतरे पार। जो शरदा कर सीमंदे, गुरु परम तारण हार। वाहिगुरु। वाहिगुरु जी का खालसा, वाहिगुरु जी की फतेह। धन है गरीब नवाज सच्चे पातशाह। एक ओंकार सतनाम करता पुरख, निरभौ निरवैर। अकाल मूरत आजुनी सैभं गुर प्रसाद। जप आद सच जगाद सच, है पी सच। नानक होसी पी सच। सोचै सोच न होवी, जे सोची लखवार। चुपै चुप न होवी, जे लाई रहाल अवतार। भुखिया भुख न उतरी, जे बन्ना पुरियां पार। सह सियानपा लख होवै, तां एक न चले नाल। किव सचारा होईऐ, कब कूड़े टुटे पाल। हुक्म रजाई चलना, नानक लिखिया नाल। तेरा कीता जातो नाही, मैनू जोगिकत होई। मैं निर्गुण यारे को गुण नाही, आपे तरस प्योई। तरस पिया मैं रामत होई, सतगुर सज्जन मिलिया। नानक नाम मिले तां जीवा, तन मन थीवे हरिया। गुर सतगुर काजू सिख अकाई, सो भल के उठ हर नाम ते आवै। उदम करे भल के परवाती, इस्नान करे अमृत सरनावै। उपदेश गुरु हर हर जप जापे, सब किल विख पाप दोख लै जावै। फिर चढ़े दिवस गुरबाणी गावै, बहदियाँ उठदियाँ हर नाम ते आवै। जो सास गरास त्याई हर हर, सो गुर सिख गुरु मन पावै। जिसनों दयाल होवे मेरा समामी, तिस गुर सिख गुरु उपदेश सुनावै। जन नानक तोड़ मंगे, तिस गुर सिख की जो आप जपै। अवरै नाम जपावै, ददे दोष न देऊ किसै। दोष कर्मा अपनिया, जो मैं किया सो मैं पाया। दोष न दीजै अवर जना, जिनी नाम ते आया। गहे मशक्कत काल, नानक ते मुख उजलै। केती छुटी नाल, जिनी नाम ते आया। गए मशक्कत काल, नानक ते मुख उजलै।
ਕੀਤੀ ਛੁੱਟੀ ਨਾਲ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲਗਾਤਾਰ ਗੁਰੂ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਹਰ ਰੋਜ਼ ਦੀ ਤਰ੍ਹਾਂ ਕਿਰਪਾ ਕਰਨ ਕਿ ਅਸੀਂ ਅੱਜ ਵੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਵਿਚਾਰ ਕਰਕੇ ਗੁਰੂ ਦਾ ਸ਼ਬਦ ਆਪਣੇ ਹਿਰਦਿਆਂ 'ਚ ਵਸਾਈਏ, ਗੁਰੂ ਵਾਲੇ ਬਣ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ ਕਿ ਗੁਰੂ ਦੀ ਮੱਤ ਦੇ ਅਨੁਸਾਰ ਸਤਿਗੁਰੂ ਸੱਚੀ ਪਾਤਸ਼ਾਹ ਇਸ ਰਹਿੰਦੀ ਦੁਨੀਆ 'ਤੇ ਸਾਡੇ ਤੋਂ ਇਸ ਤਰ੍ਹਾਂ ਦੇ ਕਰਮ ਕਾਰੋਬਾਰ ਕਾਰ ਵਿਹਾਰ ਕਰਵਾਉਣ ਜੋ ਕਿ ਪ੍ਰਮਾਤਮਾ ਨੂੰ ਚੰਗੇ ਲੱਗਣ, ਤਾਂ ਕਿ ਸਾਡਾ ਮਿੱਟੀ ਦਾ ਪੁਤਲਾ ਪਾਪੀ ਹਿਰਦਾ ਗੁਰੂ ਚਰਨਾਂ ਜੁੜ ਕੇ ਸੰਸਾਰ 'ਤੇ ਆਇਆ ਸਫਲ ਹੋ ਜਾਵੇ। ਆਓ ਗੁਰਮੁਖ ਪਿਆਰਿਓ, ਗੁਰੂ ਸਵਾਰਿਓ, ਅੱਜ ਵਿਸ਼ੇਸ਼ ਤੌਰ 'ਤੇ ਜੋ ਕਿ ਆਪਣੇ ਸਮੇਂ ਦੇ ਦੌਰਾਨ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਇਸ ਦੇ ਸਮੇਂ ਦੌਰਾਨ ਕਿਉਂਕਿ ਆਪਾਂ ਗਿਣਤੀ ਮਿਣਤੀ ਜਿਹੜੀ ਕਰਦੇ ਹਾਂ ਅੰਗਰੇਜ਼ੀ ਮਹੀਨਾ ਲਾ ਲਓ, ਅੰਗਰੇਜ਼ੀ ਸਾਲ, ਉਹਨਾਂ ਦੇ ਹਿਸਾਬ ਨਾਲ ਕਰਦੇ ਹਾਂ। ਅੱਜ ਆਪਣੇ 'ਤੇ 14 ਨਵੰਬਰ ਹੈ, ਜਾਣੀ ਕਿ 11ਵਾਂ ਮਹੀਨਾ ਅਤੇ 14 ਤਰੀਕ ਹੈ ਅਤੇ 2020 ਸਨ ਹੈ। ਅਤੇ ਆਪਣੇ ਅੱਜ ਦੇ ਦਿਨ ਵਿੱਚ ਜੋ ਕੈਲੰਡਰਾਂ ਦੇ ਹਿਸਾਬ ਮੁਤਾਬਕ ਅਨੁਸਾਰ ਮੱਘਰ ਦਾ ਮਹੀਨਾ ਪ੍ਰਾਰੰਭ ਹੋਇਆ। ਸਾਰੇ ਦਿਨ ਪ੍ਰਮਾਤਮਾ ਵਾਸਤੇ ਅਤੇ ਗੁਰੂ ਦੇ ਸਿੱਖ ਵਾਸਤੇ ਸਭ ਇੱਕੋ ਹੀ ਨੇ। ਇਹ ਨਹੀਂ ਕਿ ਅੱਜ ਕੋਈ ਵਿਸ਼ੇਸ਼ ਦਿਨ ਹੈ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹਦੇ ਵਾਸਤੇ ਸਾਰੇ, ਪਰ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਮੱਘਰ ਦਾ ਮਹੀਨਾ ਪ੍ਰਾਰੰਭ ਹੋਇਆ, ਜਿਹਨੂੰ ਆਪਾਂ ਸੰਗਰਾਂਦ ਦਾ ਦਿਨ ਕਹਿ ਦਿੰਦੇ। ਸੰਗਰਾਂਦ ਵਾਲਾ ਵੀ ਅੱਜ ਭਾਈ ਸੰਗਰਾਂਦ ਵਾਲਾ। ਸੰਗਰਾਂਦ ਜਿਹੜਾ ਗੁਰੂ ਦੀ ਕਿਰਪਾ ਸਦਕਾ ਮਾਫ ਕਰਨਾ, ਅੱਜ 15 ਨਵੰਬਰ ਹੈ। 15 ਨਵੰਬਰ ਹੈ, ਮਾਫ ਕਰਨਾ, ਭੁਲੇਖਾ ਖਾ ਗਿਆ, ਕੱਲ੍ਹ ਵਾਲਾ ਦਿਨ ਹੀ ਯਾਦ ਰਹਿ ਗਿਆ। ਅੱਜ 15 ਨਵੰਬਰ ਹੈ। ਚਲੋ ਪ੍ਰਮਾਤਮਾ ਸਾਡੇ 'ਤੇ ਕਿਰਪਾ ਕਰੇ। ਗਿਣਤੀਆਂ ਮਿਣਤੀਆਂ ਦੇ ਵਿੱਚ ਅਸੀਂ ਨਹੀਂ ਪੈਣਾ। ਜਿਹੜੀ ਆਪਾਂ ਗੱਲ ਕਰਨੀ ਹੈ, ਪ੍ਰਮਾਤਮਾ ਦੀ ਗੱਲ ਕਰਨੀ ਹੈ ਕਿ ਅੱਜ ਮੱਘਰ ਮਹੀਨਾ ਪ੍ਰਾਰੰਭ। ਸੰਗਰਾਂਦ ਦਾ ਮਤਲਬ ਤਾਂ ਇਹ ਹੁੰਦਾ ਹੈ ਵੀ ਗੁਰੂ ਦੇ ਨਾਲ ਸੰਗ ਕਰਨਾ, ਇਸ ਵਿੱਚ ਰਤ ਜਾਣਾ। ਸੰਗਰਾਂਦ ਦਾ ਮਤਲਬ ਤਾਂ ਮਤਲਬ ਇਹ ਹੈ। ਪਰ ਚਲੋ ਆਪਾਂ ਸੰਗਰਾਂਦ ਵਾਲੇ ਦਿਨ ਨੂੰ ਵਿਸ਼ੇਸ਼, ਅੱਜ ਦੁਨੀਆ ਨੇ ਕਿਤੇ ਜਾਣਾ ਵੀ ਹੈ, ਕਿਸੇ ਨੇ ਆਉਣਾ ਵੀ ਹੈ, ਕਿਸੇ ਨੇ ਕਹਿਣਾ ਮੈਂ ਫਲਾਣੇ ਬਾਬੇ ਕੋਲ ਜਾ ਕੇ ਉੱਥੇ ਸੰਗਰਾਂਦ ਬੜੀ ਲੱਗਦੀ ਵੇ, ਸੰਗਰਾਂਦ ਬੜੀ ਲੱਗਦੀ ਹੈ। ਲੱਗਦੀ ਦਾ ਮਤਲਬ ਉੱਥੇ ਇਕੱਠ ਹੁੰਦਾ ਹੈ। ਪਰ ਸੰਗਰਾਂਦ 'ਤੇ ਬਾਬੇ ਕੋਲ ਆਣ ਕੇ ਲਾਵੇ ਨਾ ਬੰਦਾ, ਫਿਰ ਵਧੀਆ ਹੈ। ਵੈਸੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਨਾ ਅਖੀਰਲੇ 12 ਮਾਹਾਂ ਦੇ ਪਹਿਲਾਂ ਵੀ ਗੁਰਬਾਣੀ ਚਾਰਨ ਕੀਤੀ ਹੈ, ਔਰ ਉਸ ਤੋਂ ਬਾਅਦ ਵੀ ਗੁਰੂ ਸਾਹਿਬ ਜੀ ਨੇ ਕਿਹਾ ਵੀ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੈ। ਇਹਦਾ ਮਤਲਬ ਕੀ, ਅਖਰੀ ਮਤਲਬ ਕੀ ਹੈ? ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਹੈ ਨਾ, ਉਹਨਾਂ ਦਾ ਮਨੁੱਖਾ ਜੀਵਨ ਸਫਲ ਹੋ ਕੇ ਗਿਆ ਇਸ ਦੁਨੀਆ ਤੋਂ। ਮਤਲਬ ਇਹ ਹੈ ਕਾਜ ਸਰੇ, ਕਾਰਜ ਉਹਨਾਂ ਦੇ ਕਾਰਜ ਵੀ ਸੋਹਣੇ, ਜਾਣੀ ਕਿ ਮਨੁੱਖਾ ਜੀਵਨ ਉਹਨਾਂ ਦਾ ਜਿਨੀ ਨਾਮ ਧਿਆਇਆ। ਬਾਬਾ ਨਾਨਕ ਵੀ ਕਹਿੰਦਾ ਤੇ ਹਰ ਗੁਰ ਪੂਰਾ ਅਰਾਧਿਆ, ਹਰ ਗੁਰ ਪੂਰਾ ਅਰਾਧਿਆ ਤੇ ਦਿਰਗਹਿ ਸੱਚ ਖਰੇ। ਉਹ ਸਾਰੇ ਥਾਵਾਂ 'ਤੇ ਉਹਨਾਂ ਦੇ ਹਿਰਦੇ 'ਚ ਸੱਚ ਵੱਜਿਆ, ਉਹ ਖਰੇ ਨੇ, ਜਿਹਨੂੰ ਆਪਾਂ ਖਾਲਸ ਕਹਿ ਦਿੰਦੇ, ਜਿਹਨੂੰ ਆਪਾਂ ਖਾਲਸ ਕਹਿ ਦਿੰਦੇ। ਪਰਮਾਤਮਾ ਸਾਡੇ 'ਤੇ ਕਿਰਪਾ ਕਰੇ। ਪਰਮਾਤਮਾ ਦੀ ਕਿਰਪਾ ਸਦਕਾ ਹੀ
ਸਾਡਾ ਜੀਵਨ ਸੋਹਣਾ ਬਣਨਾ। ਸਰਬ ਸੁੱਖਾਂ ਨਿਧ ਚਰਨ ਹਰ ਭੌਜਲ ਬਿਖਮ ਤਰੇ। ਗੁਰੂ ਸਾਹਿਬ ਜੀ ਕਹਿੰਦੇ ਸਰਬ ਸੁੱਖਾਂ ਨਿਧ ਚਰਨ ਹਰ ਭੌਜਲ ਬਿਖਮ ਤਰੇ। ਗੁਰੂ ਸਾਹਿਬ ਜੀ ਕਹਿੰਦੇ ਕਿ ਗੁਰੂ ਦੇ ਚਰਨਾਂ ਵਿੱਚ ਜੁੜਨ ਵਾਲਿਆਂ ਦੀ ਸੁੱਖਾਂ ਦਾ ਖਜ਼ਾਨਾ ਹਿਰਦੇ 'ਚ ਹੀ ਮਿਲ ਜਾਂਦਾ ਹੈ, ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਅਤੇ ਜਿਹੜੇ ਜੀਵ ਚਰਨੀ ਲੱਗਦੇ ਨੇ ਉਹ ਔਖੇ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਪਾਰ ਲੰਘ ਜਾਂਦੇ, ਕਿਉਂਕਿ ਇਹ ਸਾਰਾ ਸੰਸਾਰ ਕੀ ਹੈ? ਸੰਸਾਰ ਕੀ ਹੈ? ਬਾਬੇ ਨਾਨਕ ਨੇ ਕਿਹਾ ਕਿ ਨਾਨਕ ਦੁਖੀਆ ਸਭ ਸੰਸਾਰ। ਸਭ ਤੋਂ ਪੁੱਛ ਕੇ ਵੇਖ ਲਓ, ਜਿੰਦੇ ਕੋਲ ਧਨ ਮਾਲ ਹੋਏਗਾ ਨਾ, ਉਹ ਕਿਸੇ ਹੋਰ ਕਾਰਨ ਕਰਕੇ ਦੁਖੀ ਹੋਏਗਾ। ਉਹਦੇ ਧੀਆਂ ਪੁੱਤਰ ਨਹੀਂ ਹੋਣਗੇ ਉਹਦੇ ਕੋਲ, ਜਾਂ ਦੇ ਧੀਆਂ ਪੁੱਤਰ ਹੋਣਗੇ ਦੁਖੀ ਕਰਦੇ ਹੋਣਗੇ। ਕੋਈ ਨਸ਼ੈੜੀ ਹੋਏਗਾ, ਕੋਈ ਕਹਿਣਾ ਨਹੀਂ ਮੰਨਦਾ ਹੋਏਗਾ, ਕੋਈ ਕਿਸੇ ਨੂੰ ਆਪਣੇ ਆਪ ਦੇ ਵਿੱਚ ਬਿਮਾਰੀ ਹੋਏਗੀ। ਧਨ ਮਾਲ ਬਹੁਤ ਹੋਏਗਾ ਅਤੇ ਸਰੀਰ ਨੂੰ ਬਿਮਾਰੀ ਲੱਗੀ ਹੋਏਗੀ। ਆਪਾਂ ਦੇਖਦੇ ਨਾ ਵੀ ਸੰਸਾਰਕ ਦੁਨੀਆ ਦੇ ਉੱਤੇ ਆਪਾਂ ਕਹਿੰਦੇ ਵੀ ਧਨ ਮਾਲ ਦੀ ਤਾਂ ਕੋਈ ਕਮੀ ਨਹੀਂ, ਪਰ ਇੱਥੇ ਵਰਤਣ ਵਾਲਾ ਕੋਈ ਨਹੀਂ। ਕਿਸੇ ਕਿਸੇ ਕਾਰਨ ਕੋਈ ਦੁਖੀ ਹੈ ਨਾ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਸੰਸਾਰ ਸਮੁੰਦਰ ਦੇ ਵਿੱਚੋਂ, ਉਹ ਦੁਖੀ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘ ਜਾਂਦੇ ਨੇ। ਕਿਵੇਂ ਲੰਘਦੇ ਨੇ? ਆਤਮਿਕ ਤੌਰ 'ਤੇ ਉਹਨਾਂ ਦੇ ਆਨੰਦ ਬਣਿਆ ਰਹਿੰਦਾ, ਪਰਮਾਤਮਾ ਦੇ ਨਾਲ ਉਹਨਾਂ ਦੀ ਸੁਰਤੀ ਜੁੜੀ ਰਹਿੰਦੀ ਹੈ। ਅਤੇ ਗੁਰੂ ਸਾਹਿਬ ਜੀ ਅੱਗੇ ਕਹਿੰਦੇ ਨੇ ਪ੍ਰੇਮ ਭਗਤਿਨ ਪਾਇਆ, ਪ੍ਰੇਮ ਭਗਤਿਨ ਪਾਈਐ ਵਿਖਿਆ ਨਾਹੇ ਜਰੇ। ਉਹ ਪ੍ਰਮਾਤਮਾ ਦੇ ਨਾਲ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨੇ ਸਾਚ ਕਹੋ ਸੁਣ ਸਭ ਲੈ, ਸਭੇ ਸੁਣ ਲਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੀ ਪ੍ਰਮਾਤਮਾ ਦੇ ਨਾਲ ਜਿਹਨੇ ਪ੍ਰੇਮ ਪਾਲਿਆ, ਹੁਣ ਦੁਨੀਆ ਦੇ ਦੁੱਖ ਕੁਛ ਨਹੀਂ ਕਹਿ ਸਕਦੇ। ਅਤੇ ਗੁਰੂ ਸਾਹਿਬ ਜੀ ਕਹਿੰਦੇ ਵਿਖਿਆ ਨਾਹੇ ਜਰੇ। ਉਹ ਪ੍ਰਮਾਤਮਾ ਦੇ ਨਾਲ ਪਿਆਰ ਪਾ ਲੈਂਦੇ ਨੇ, ਅਤੇ ਜਿਹੜੀ ਵਿਖਿਆ ਜ਼ਹਿਰ ਮਾਇਆ ਉਹਨਾਂ ਦੀ ਉਹਨਾਂ ਨੂੰ ਤਾਂਘ ਨਹੀਂ ਰਹਿੰਦੀ। ਜੇ ਮਾਇਆ ਦੀ ਤਾਂਘ ਹੁੰਦੀ ਨਾ ਤਾਂ ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਵੀ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ, ਉਹਨਾਂ ਦੇ ਫਾਦਰ ਪਿਤਾ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਧਰਤੀ ਖਰੀਦ ਕੇ ਉੱਥੇ ਆਨੰਦਪੁਰ ਸਾਹਿਬ ਵਸਾਇਆ ਸੀ। ਆਨੰਦਪੁਰ ਸਾਹਿਬ ਅਤੇ ਗੁਰੂ ਖਾਲਸਾ ਪੰਥ ਦੇ ਜੇ ਮਾਇਆ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਸੇ ਦੇ ਨਾਲ ਵੱਟ ਦਾ ਰੌਲਾ ਥੋੜ੍ਹਾ ਸੀ, ਕੋਈ ਵੱਟ ਬੰਨੇ ਦਾ ਰੌਲਾ ਥੋੜ੍ਹਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਜ਼ਾਲਮ ਦੇ ਨਾਲ ਸੀ ਰੌਲਾ, ਵੀ ਤੂੰ ਜ਼ੁਲਮ ਨਾ ਕਰ, ਹਰ ਇੱਕ ਮਨੁੱਖ ਨੂੰ ਤੂੰ ਸਹੀ ਤਰੀਕੇ ਦੇ ਨਾਲ ਜੀਣ ਦੇ। ਅੱਜ ਵੀ ਉਹੀ ਹੈ। ਹੁਣ ਕਿਸਾਨਾਂ ਦਾ ਮੋਦੀ ਦੇ ਨਾਲ ਕੋਈ ਵੱਟ ਬੰਨੇ ਦਾ ਰੌਲਾ ਥੋੜ੍ਹਾ ਹੈ। ਜਿਹੜੇ ਕਿਸਾਨਾਂ ਨੇ, ਕਿਸਾਨ ਕੀ ਹੈ ਕਿ ਅਸੀਂ ਕਿਸਾਨੀ ਕਰਾਂਗੇ ਪਰ ਦਿਹਾੜੀਦਾਰ ਬਣ ਕੇ ਕਰਾਂਗੇ, ਅਸੀਂ ਆਪਣੀ ਜ਼ਮੀਨਾਂ ਦੇ ਮਾਲਕ ਨਹੀਂ ਰਹਿ ਜਾਵਾਂਗੇ। ਆਹੀ ਰੌਲਾ ਹੈ ਵੀ ਇੱਕ ਤਾਂ ਸਾਨੂੰ ਰੇਟ ਨਹੀਂ ਮਿਲਣਾ ਸਹੀ, ਰੇਟ ਵੀ ਚਲੋ ਸਹੀ ਦੇ ਦਿੱਤਾ, ਜਦੋਂ ਇਹਨਾਂ ਨੇ ਜ਼ਮੀਨਾਂ ਕਿਸੇ ਨੂੰ ਦੇ ਦਿੱਤੀਆਂ, ਜ਼ਮੀਨਾਂ ਕਿਸੇ ਨੂੰ ਦੇ ਦਿੱਤੀਆਂ ਤੇ ਸਮਝ ਲਓ ਕੰਮ ਸਾਰਾ ਹੀ ਖਰਾਬ ਹੋ ਜਾਣਾ। ਗੁਰੂ ਪਰਮਾਤਮਾ ਪਰਮੇਸ਼ਰ ਸਾਡੇ 'ਤੇ ਕਿਰਪਾ ਕਰੇ। ਬਾਬਾ ਨਾਨਕ ਇਹ ਕਹਿ ਰਿਹਾ ਹੈ ਵਿਖਿਆ ਨਾ ਜਰੇ। ਉਹਨਾਂ ਨੇ, ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ, ਉਹਨਾਂ ਨੇ ਵਿਖਿਆ ਮਾਇਆ ਦੇ ਨਾਲ ਸੰਬੰਧਿਤ ਨਹੀਂ ਹੁੰਦੇ, ਉਹ ਸਿਧਾਂਤਕ ਤੌਰ 'ਤੇ ਆਪਣਾ ਜੀਵਨ ਜੀਂਦੇ ਨੇ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ। ਕੂੜ ਗਏ, ਝੂਠਾ ਅੰਦਰ ਦਾ ਜਿਹੜਾ ਝੂਠ ਸੀ ਨਾ ਉਹ ਨਸ਼ਟ ਹੋ ਗਿਆ। ਦੁਬਦਾ ਨਸੀ, ਹੁਣ ਕਈ ਵਾਰ ਨਾ ਗੁਰਮੁਖ ਪਿਆਰੋ ਗੁਸਤਾਖੀ ਮਾਫ ਕਰਨਾ ਸਾਡੇ ਨਾਲ ਹੁੰਦਾ ਰਹਿੰਦਾ ਹੈ। ਕਈ ਵਾਰ ਨਾ ਕਿਤੇ ਕੋਈ ਫੈਸਲੇ 'ਚ ਜਾਈਏ ਜਾਂ ਕਿਤੇ ਕੋਈ ਕੰਮ ਜਾਈਏ, ਕਹਿੰਦੇ ਵੀ ਪਾਸੇ ਹੋ ਕੇ ਗੱਲ ਕਰ ਲਓ। ਜਦੋਂ ਆਪਾਂ ਫੈਸਲੇ, ਜਿਨ੍ਹਾਂ ਬੰਦਿਆਂ ਵਾਸਤੇ ਫੈਸਲੇ ਵਾਸਤੇ ਗਏ, ਉਹਨਾਂ ਦੇ ਸਾਹਮਣੇ ਦੱਸ ਦਿਓ ਵੀ ਅਸੀਂ ਉਹਦੇ 'ਚ ਝੂਠ ਕਿੰਨਾ ਕੁ ਬੋਲਣਾ ਅਤੇ ਸੱਚ ਕਿੰਨਾ ਕੁ ਹੈ। ਝੂਠ ਕਿੰਨਾ ਕਿ ਤੇ ਸੱਚ, ਸੱਚੀ ਗੱਲ ਥੋੜ੍ਹਾ ਚਿਰ ਤਾਂ ਉਹਨੂੰ ਕੜੱਤਣ ਲੱਗੇਗੀ ਵੀ ਮੇਰੇ ਵਰਖਲਾਫੀ ਕਰ ਦਿੱਤੀ ਮੈਂ ਤਾਂ, ਪਰ ਉਸ ਤੋਂ ਬਾਅਦ ਉਹਨੂੰ ਆਪਣੇ ਆਪ ਹੀ ਆਟੋਮੈਟਿਕ ਪਤਾ ਲੱਗ ਜਾਏਗਾ ਕਿ ਇਹ ਮੇਰੇ ਵਾਸਤੇ ਸਹੀ ਹੈ। ਝੂਠਾ ਤਾਈਓ ਤਾਂ ਬੜੇ ਬੜੇ ਵਧੀਆ ਫੈਸਲੇ ਨਹੀਂ ਹੁੰਦੇ। ਫੈਸਲਾ ਉਦੋਂ ਹੁੰਦਾ ਜਦੋਂ ਬੰਦੇ ਨੂੰ ਸੱਚ ਦੱਸਿਆ ਜਾਵੇ, ਭਾਈ ਵੀ ਤੂੰ ਆਹ ਕੰਮ ਕੀਤਾ, ਅਤੇ ਆਪਾਂ ਕੀ ਕਰਦੇ ਹਾਂ, ਝੂਠ ਨੂੰ ਦਬਾਉਣਾ ਚਾਹੁੰਦੇ ਆ, ਮਾਫ ਕਰਨਾ, ਝੂਠ ਨੂੰ ਉੱਪਰ ਲਿਆਉਣਾ ਚਾਹੁੰਦੇ, ਸੱਚ ਨੂੰ ਦਬਾਉਣਾ ਚਾਹੁੰਦੇ।
ये परमात्मा साडे ते कृपा करे, ताइयों ते सारा टाल मटोल रह जाता। जिस बंदे ने गलती की कहते कोई, क्योंकि वो अपना कोई ना कोई नज़दीकी रिश्ता होएगा उहदे नाल। कोई माँ कहती मेरा पुत माड़ा है, भावें वो चोर होवे, डाकू होवे, ठग होवे, अपराधी होवे, बलात्कारी होवे। कोई माँ कहती है भी मेरा पुत माड़ा है? नहीं कहती। पर उहदे जिहड़े विचार ने, जिहड़े उहदे च गुण ने, वो माड़े ने। तो गुरु अर्जन देव महाराज तो कहते भी असी गुण आरे को गुण बख्श, भी सानू गुण आरे आ सी, भी सानू कोई गुण नहीं, साडे औगण बख्शला सच्चे पातशाह। तो गुरु नानक देव महाराज पंजवें पातशाह कहते ने कि कूड़ गै दुबदा नसी पूर्ण सच भरे, अंदर हकीकत, अंदर की भरी जाती है? हकीकत, सच। भी सच तो बिना होर नहीं कुछ काम करांगा, जो सच्चाई है वो करांगा। भी अंदरों कूड़ ते दुबदा सब नस जाते ने। तो गुरु साहब जी कहते पार ब्रह्म प्रभ सेवदे मन अंदर एक धरे। बस जदों तो एक परमात्मा की टेक हो गई, फिर दुनियावी दुनिया की कोई लोड़ नहीं, झूठिया बंदियां की कोई लोड़ नहीं। जिथे सच ने खड़ जाना, झूठ बंदा उत्थे झूठ दे पैर नहीं हुंदे, झूठा बंदा खड़दा ही नहीं। गुरु साहब जी कहते जिहड़ा एक बंदा एक रब नूं ध्याउंदा है ना, उहनूं झूठ मारन दी पहली गल तां लोड़ ही नहीं पैंदी, झूठ मारदा नहीं। ते जिथे सच ने स्टैंड कर जाना, उत्थे झूठ ने करना नहीं। सच ते हकीकत है। झूठ बंदा, ज्ञानी संत मस्कीन जी कहते ने भी झूठा बंदा एक झूठ नूं छुपाउण वास्ते 100 झूठ मारदा है। झूठ मारना पैंदा ना, टाल मटोल करना पैंदा, नहीं मैं इस तरह करना सी, मैं इस तरह करना सी, मैं वो करता, कई झूठ होर मारने पैंदे ने। ते सच ते जिहड़ा जे हुण बंदे तो गलती हो गई, गलती हो गई है, मेरे तो गलती हो गई है, सच है गलती हो गई है, अगे गां किसी ने बख्शना ना बख्शना। हुण कई बंदे कई बार कोर्ट कचहरियां दे विचों भी आउंदे हुक्म आपां सुणदे, वीडियो सुणदे आपां, जदों बंदे कोल कोई गलती हो कहंदा मेरे तो हो गई बई, हुण दसो मैनूं की सज़ा देनी। जज भी बड़ा खुश हो के कहंदा भी इहने गलती मान ली है, इहनूं एक वारी मौका दिता जावे, अगे तो ना करी। कई बार जज भी कह दिंदा भी इहने तो गलती हो गई। ते कई बार बंदा अपनी गलती नूं छुपाउण लग्गिया बड़े झूठ, बड़ा कुछ, बहुत कुछ करते असीं। ते गुरु साहब जी कहंदे ने कि जिहड़े परमात्मा नूं ध्याउंदे ने ना, मन अंदर एक धरे, भी एक परमात्मा है मेरे उत्ते, मैं झूठ मारांगा क्योंकि लाइव साडे हिरदे दे विच परमात्मा दा लाइव चल रहा है। वो दुनिया तो असीं छिपा लांगे, दुनिया तो गुमराह कर लांगे, दुनिया तो कोई गल नहीं भी दुनिया ने किहड़ा वेखना है, दुनिया किहड़ा सानूं वेखदी, असीं पाप करिए माड़े कर्म करिए, दुनिया ने तो सानूं वेखना नहीं। पर साडे हिरदे दे विच परमात्मा दा लाइव चल रहा है। क्यों लाइव चल रहा है? क्योंकि हिरदा ही परमात्मा दा है। ये जिहड़ा शरीर है ना, ये साडा थोड़ा है, साडा होवे ते असीं जान ही ना दईए इहनूं, असीं शरीर नूं नष्ट ना होण दईए, इहनूं कोई दुख तकलीफ ना लगन दईए। क्योंकि बाबा नानक कहंदा केतिया दुख पुग सदमार, ये पैदात तेरी दतार। ये सारा कुछ तेरा ही है, अपना तो है नहीं कुछ इहदे विच। जे साडा शरीर होवे, असीं दुनिया तो छिपा सकदे पर परमात्मा तो नहीं छिपा सकते। जो करता उन्हें ही जानना है कि यह बंदा किहो जिहा किवें है। क्योंकि गुरबाणी कहती विण बोलिया सब किछ जानदा। अगे खड़ा हो गया ना, तू घरों जो चल पिया, रब नूं ते उदों ही पता भी काहदे वास्ते गया है, की करन गया है। तो गुरु साहब जी ने अगे समझाउणा कीता भी आपां गल करदे भी अज देसी महीना प्रारंभ होया, संगरांद दा दिन है। ते पंजवें पातशाह कहंदे ने महा दिवस मूरत भले जिनको नदर करे। ये नहीं कि संगरांद वाले दिन बाबा नानक जां परमात्मा थले उतर आया गुरुद्वारे, 29 दिन परमात्मा गुरुद्वारे नहीं है। वो परमात्मा तो जिथे जाहे बहे मेरा सतगुर सोतान सहावा। जिथे भी असीं जाने हैं परमात्मा तो साडे नाल है। सिर्फ ते सिर्फ गुरुद्वारे असीं काहदे वास्ते आउणे हैं कि इत्थे कट्ठे होके गुरु दा द्वारा, गुरुद्वारे होए तां सोझी
ਪਾਏ ਸੀ। ਗੁਰੂ ਦੇ ਦੁਆਰੇ ਆਵਾਂਗੇ, ਇੱਥੋਂ ਸੋਝੀ ਮਿਲਣੀ ਹੈ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ, ਮਾਂ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ। ਜਿਨ੍ਹਾਂ ਦੇ ਉੱਤੇ ਨਜ਼ਰੇ ਰਹਿਮਤ ਰੱਖਦਾ ਹੈ ਉਹਨਾਂ ਨੂੰ ਰੋਜ਼ ਹੀ ਕਿਹਦੇ ਦਰਸ਼ਨ ਹੁੰਦੇ ਨੇ? ਪ੍ਰਮਾਤਮਾ ਦੇ। ਗੁਰੂ ਦੇ ਸਿੱਖ ਵਾਸਤੇ ਤਾਂ ਰੋਜ਼ਾਨਾ ਹੀ ਹੈ ਵੀ ਰੋਜ਼ਾਨਾ ਗੁਰੂ ਦੇ ਦਰਸ਼ਨ ਕਰੇ, ਰੋਜ਼ਾਨਾ ਦਰਸ਼ਨ ਕਰਕੇ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਗੁਰਬਾਣੀ ਵਰਗਾ ਬਣਾਵੇ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ, ਸਾਡੇ ਤੇ ਕਿਰਪਾ ਕੀਤੀ ਹੈ ਵੀ ਉਹਨਾਂ ਵਾਸਤੇ ਸਾਰੇ ਮਹੀਨੇ, ਸਾਰੇ ਦਿਨ, ਸਾਰੀਆਂ ਤਿੱਥੀਆਂ, ਵਾਰ, ਘੜੀਆਂ, ਜਿੰਨਾ ਵੀ ਕੁਛ ਹੈ, ਜਿਨ੍ਹਾਂ ਤੇ ਪ੍ਰਮਾਤਮਾ ਦੀ ਨਜ਼ਰੇ ਰਹਿਮਤ ਹੈ। ਨਹੀਂ ਤਾਂ ਸੰਗਰਾਂਦ ਵਾਲੇ ਦਿਨ, ਮੱਸਿਆ ਵਾਲੇ ਦਿਨ, ਪੁੰਨਿਆ ਵਾਲੇ ਦਿਨ, ਮਾਘ ਸੰਗਰਾਂਦੀ ਆਉਣੀ ਹੈ ਨਾ ਅੱਗੇ, ਲੋਕਾਂ ਨੇ ਅੱਧੀ ਰਾਤ ਨਹਾਉਣਾ ਹੈ, ਅੱਧੀ ਰਾਤ ਇਸ਼ਨਾਨ ਕਰਨਾ ਹੈ ਵੀ ਰੱਬ ਸ਼ਾਇਦ ਅੱਜ ਮਾਘ ਵਾਲੇ ਮਹੀਨੇ ਅੰਦਰ ਹੀ ਡਿੱਗ ਪਵੇ। ਵੀ ਇਹ ਸਾਰੀਆਂ ਰੁੱਤਾਂ, ਤਿੱਥੀ, ਵਾਰੀਆਂ, ਘੜੀਆਂ ਇਹ ਬੰਦੇ ਨੇ ਬਣਾਈਆਂ ਤੇ ਰੱਬ ਤੇ ਹਾਜ਼ਰ ਨਾਜ਼ਰੀ ਹੈ। ਇਹ ਤਾਂ ਆਪਾਂ ਗਿਣਤੀ ਮਿੰਤੀ ਕਰਨ ਵਾਸਤੇ ਬਣਾਈਆਂ ਨੇ, ਭਾਵੇਂ ਦੇਸੀ ਮਹੀਨੇ ਬਣਾ ਲਏ ਤੇ ਭਾਵੇਂ ਅੰਗਰੇਜ਼ੀ ਬਣਾ ਲਏ, ਇਹ ਤਾਂ ਆਪਾਂ ਬੰਦੇ ਨੇ ਬਣਾਏ ਨੇ। ਰੱਬ ਵਾਸਤੇ ਤਾਂ ਸਾਰਾ ਚੈਨਲ ਸਹੀ ਚੱਲਦਾ। ਅੱਜ ਤੋਂ ਅਰਬਾਂ ਖਰਬਾਂ ਸਾਲਾਂ ਸੂਰਜ ਨਹੀਂ ਸੀ ਚੜ੍ਹਦਾ, ਚੜ੍ਹੀ ਜਾਂਦਾ ਸੀ, ਅੱਜ ਵੀ ਚੜ੍ਹੀ ਜਾਂਦਾ। ਅੱਜ ਵੀ ਸਰਦੀ ਆਉਂਦੀ ਹੈ, ਅੱਜ ਵੀ ਗਰਮੀ ਆਉਂਦੀ ਹੈ। ਸਭ ਜੋ ਸਿਸਟਮ ਹੈ ਪ੍ਰਮਾਤਮਾ ਦਾ ਤਾਂ ਚੱਲੀ ਜਾਣਾ। ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਉਹਨੇ ਤਾਂ ਬੜਾ ਕੁਛ ਬਣਾਇਆ ਹੈ। ਅੱਗੇ ਗੁਰੂ ਸਾਹਿਬ ਜੀ ਕਹਿੰਦੇ, ਨਾਨਕ ਮੰਗੇ ਦਰਸ ਦਾਨ ਕਿਰਪਾ ਕਰਿਓ ਹਰੇ। ਵੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਆ ਜੋ, ਮਿਹਰ ਭਰਿਆ ਹੱਥ ਰੱਖ ਦਿਆ ਜੋ, ਕਿ ਮੈਂ ਤੇਰੇ ਦਰ ਉੱਤੇ ਆਣ ਕੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਆਪਣੇ ਦਰਸ਼ਨ ਦੇ ਦਿਓ। ਇਹ ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਬੰਦਾ ਮਨੁੱਖ ਆਹ ਕੰਮ ਕਰ ਸਕਦਾ। ਬੰਦਾ ਮਨੁੱਖ ਆਹ ਕੰਮ ਕਰ ਸਕਦਾ, ਹੋਰ ਕੋਈ ਕੰਮ ਨਹੀਂ ਆ। ਜਾਣੀ ਕਿ ਆਪਾਂ ਅਰਦਾਸ ਬੇਨਤੀ ਜਿਸ ਸਾਹਿਬ ਸਿਓ ਨਿਚਾਰਾ ਤਾਂ ਕੀਜੈ ਸਦ ਨਮਸਕਾਰਾ। ਅਸੀਂ ਤੇ ਪ੍ਰਮਾਤਮਾ ਜੀ ਤੇਰੇ ਅੱਗੇ ਨਮਸਕਾਰ ਕਰ ਸਕਦੇ ਜਦੋਂ ਆਪਾਂ ਸਰੀਰ ਨਵਾਉਣੇ ਆ ਨਾ ਗੁਰੂ ਅੱਗੇ, ਆਹ ਖੋਪੜ ਵਾਸਤੇ ਨਵਾਉਣੇ ਕਿ ਸੱਚੇ ਪਾਤਸ਼ਾਹ ਇੱਥੋਂ ਹੀ ਸਾਰਾ ਕੁਝ ਚੱਲਣਾ, ਇਹਦੇ ਵਿੱਚ ਵੀ ਕੋਈ ਆਪਣਾ ਗਿਆਨ ਪਾ ਦੇ, ਇਹਨੂੰ ਵੀ ਕਿਤੇ ਸੋਹਣੇ ਥਾਂ ਤੇ ਲਾ ਦੇ। ਤੇ ਗੁਰੂ ਪਰਮਾਤਮਾ ਪਰਮੇਸ਼ਰ ਸਾਡੇ ਤੇ ਕਿਰਪਾ ਕਰੇ, ਸਾਡਾ ਜੀਵਨ ਗੁਰਬਾਣੀ ਨਾਲ ਜੁੜ ਜਾਵੇ। ਆਓ ਅੱਜ ਜੋ ਆਪਾਂ ਗੁਰਬਾਣੀ ਤੇ ਵੈਸੇ 2 ਵਾਰਾਂ ਪੜ੍ਹ ਲਈ ਹੈ, ਗੁਰਬਾਣੀ ਆਪਾਂ 2 ਵਾਰਾਂ ਪੜ੍ਹ ਲਈ, ਕਿਉਂਕਿ ਇੱਕ ਦੀ ਸਵੇਰੇ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਹੈ ਉਦੋਂ ਵੀ ਨਾਲ ਗੁਰਬਾਣੀ ਸੰਗਰਾਂਦ ਵਾਲੇ ਦਿਨ ਦੀ, ਜਾਣੀ ਕਿ 12 ਮਾਹਾਂ ਦੇ ਵਿੱਚੋਂ ਆਪਾਂ ਸ਼ਬਦ ਪੜ੍ਹਦੇ ਹਾਂ। ਗੁਰਬਾਣੀ ਦਾ ਜੋ ਕਿ ਮਹੀਨੇ ਵਾਲਾ ਦਿਨ ਹੁੰਦਾ ਹੈ, ਉਸ ਦਿਨ ਆਪਾਂ ਗੁਰਬਾਣੀ ਪੜ੍ਹਦੇ, ਉਸ ਮਹੀਨੇ ਦੀ ਗੁਰਬਾਣੀ 12 ਮਾਹਾਂ 'ਚੋਂ। ਉਸ ਤੋਂ ਬਾਅਦ ਆਪਾਂ ਜਦੋਂ ਗੁਰਮੁਖ ਪਿਆਰੋ ਨਿਤਨੇਮ ਦੀ ਸਮਾਪਤੀ ਕੀਤੀ, ਉਸ ਤੋਂ ਬਾਅਦ ਵੀ ਪਿੱਤਰ ਹੁਕਮਨਾਮੇ ਦੇ ਨਾਲ ਪੜ੍ਹਿਆ ਗਿਆ। ਆਓ ਗੁਰੂ ਸਾਹਿਬ ਜੀ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਮੱਘਰ ਮਹੀਨਾ ਪ੍ਰਾਰੰਭ ਹੋਇਆ ਹੈ ਤੇ ਮੱਘਰ ਮਹੀਨੇ ਦੇ ਵਿੱਚ ਕੀ ਕਹਿੰਦੇ ਨੇ, ਜਿਵੇਂ ਕੱਤਕ ਦੇ ਵਿੱਚ ਆਪਾਂ ਜੋ ਵੀ ਕੁਝ ਕੀਤਾ ਹੈ, ਆਪਾਂ ਸਭ ਨੇ ਆਪਣਾ ਅਨਾਜ ਸਾਂਭਿਆ, ਸਭ ਨੂੰ ਪੈਸਾ ਮਿਲਿਆ। ਅਨਾਜ ਆਪਾਂ ਸਾਂਭਿਆ ਨਾ, ਜਿੰਦਾ ਦੇਣ ਲੈਣ ਸੀ, ਜਿਵੇਂ ਦੁਕਾਨਦਾਰ, ਮਜ਼ਦੂਰ, ਸਭ ਦਾ ਹਿਸਾਬ ਕਿਤਾਬ। ਕਿਉਂਕਿ ਕਿਹਦੇ ਕਾਰਨ ਕਰਕੇ ਹੋਇਆ? ਅਨਾਜ ਕਰਕੇ। ਤੇ ਆਪਾਂ ਪਿਛਲੇ ਮਹੀਨੇ ਅਗਲੀ ਫਸਲ ਆਪਾਂ ਬੀਜ ਦਿੱਤੀ, ਤਕਰੀਬਨ ਬੀਜੀ ਗਈ, ਕੋਈ ਇੱਕ ਅੱਧਾ ਰਹਿੰਦਾ ਹੋਏਗਾ, ਉਹ ਵੀ 2-4 ਦਿਨਾਂ ਦੇ ਵਿੱਚ ਬੀਜੀ ਜਾਏਗੀ। ਹੁਣ ਰੱਬ ਨੇ ਸਾਨੂੰ ਕੀ ਸਮਝਾਉਣਾ ਕੀਤਾ? ਪ੍ਰਮਾਤਮਾ ਨੇ, ਕਿਉਂਕਿ ਗੁਰਬਾਣੀ ਰੱਬ ਦੀ ਹੈ, ਪ੍ਰਮਾਤਮਾ ਦੀ ਹੈ। ਗੁਰੂ ਸਾਹਿਬ ਜੀ ਕਹਿੰਦੇ, ਮੱਘਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠਣੀਆਂ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਮੱਘਰ ਦਾ ਮਹੀਨਾ, ਮਾਹੇ ਮਹੀਨਾ, ਸੁਹੰਦੀਆਂ ਸੋਹਣੀਆਂ ਲੱਗਦੀਆਂ ਨੇ, ਸੋਹਣੀਆਂ ਲੱਗਦੀਆਂ ਨੇ। ਕਿਹੜੀਆਂ ਜੀਵ ਇਸਤਰੀਆਂ? ਹਰ ਪਿਰ ਸੰਗ ਬੈਠਣੀਆਂ। ਇਹ ਇਕੱਲਾ ਇਹ ਨਹੀਂ ਵੀ ਅਸੀਂ ਗੁਰਦੁਆਰੇ ਆਣ ਕੇ ਬੈਠ ਕੇ ਤੇ ਸੋਹਣੇ ਲੱਗਾਂਗੇ। ਅਸੀਂ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਵਿਚਰਦੇ ਹੋਏ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਹੈ, ਉਹ ਕਿਸੇ ਵੀ ਖੇਤਰ ਚਲੇ ਜਾਣ, ਭਾਵੇਂ ਇੱਥੋਂ ਅਰਬਾਂ ਖਰਬਾਂ ਕਿਲੋਮੀਟਰ ਦੂਰ ਚਲੇ ਜਾਣ, 7 ਸਮੁੰਦਰ ਪਾਰ ਲੰਘ ਜਾਣ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਬੈਠਾ ਹੈ,
ਵੀ ਜਾਣੀ कि परमात्मा ਦੇ ਬੈਠਣ ਦਾ ਮਤਲਬ ਕੀ ਹੈ? परमात्मा ਦੀ ਗੁਰਬਾਣੀ ਦੀ ਵਿਚਾਰ ਚੱਲਦੀ ਹੋਵੇ ਤੇ ਵਿਚਾਰ ਦੇ ਮੁਤਾਬਕ ਕਰਮ ਕਰਦੇ ਹੋਣ। ਜੋ ਆਪਾਂ ਰੋਜ਼ਾਨਾ ਗੁਰੂ परमात्मा परमेश्वर ਅੱਗੇ ਅਰਦਾਸ ਬੇਨਤੀ ਕਰਦੇ ਕਿ ਸੱਚੇ ਪਾਤਸ਼ਾਹ ਸਾਡੇ ਹਿਰਦੇ ਤੋਂ, ਸਾਡੇ ਮਨ ਤੋਂ, ਸਾਡੀ ਅਕਲ ਤੋਂ ਇਸ ਤਰ੍ਹਾਂ ਦੇ ਕੰਮ ਕਰਵਾਈ ਜਿਹੜੇ ਤੈਨੂੰ ਚੰਗੇ ਲੱਗਣ। ਆਪਾਂ ਰੋਜ਼ ਅਰਦਾਸ ਬੇਨਤੀ ਕਰਦੇ ਨਾ ਵੀ परमात्मा ਉਹੋ ਜਿਹੇ ਕੰਮ ਕਰਾਈ ਜਿਹੜੇ ਤੈਨੂੰ ਚੰਗੇ ਲੱਗਣ। ਜੇ ਤੈਨੂੰ ਚੰਗੇ ਲੱਗੇ ਸੰਸਾਰ ਨੂੰ ਵੀ ਲੱਗਣਗੇ, ਤੇ ਜੇ ਨਿਰੰਕਾਰ ਨੂੰ ਚੰਗੇ ਨਾ ਲੱਗੇ ਸੰਸਾਰ ਨੂੰ ਵੀ ਚੰਗੇ ਨਹੀਂ ਲੱਗਣੇ। ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਵੀ ਮੱਘਰ ਮਹੀਨੇ ਦੇ ਵਿੱਚ ਵੀ ਜਾਣੀ ਕਿ ਬਹੁਤ ਮਿੱਠੀ ਰੁੱਤ ਹੋ ਜਾਂਦੀ ਹੈ। ਹੁਣ ਆਪਾਂ ਸਾਰਿਆਂ ਨੂੰ ਪਤਾ, ਨਾ ਸਰਦੀ ਤੇ ਨਾ ਗਰਮੀ। ਅੱਗੇ ਸਰਦੀ ਜ਼ਿਆਦਾ ਆ ਜਾਣੀ ਹੈ ਨਾ, ਵੀ ਹੁਣ ਆ ਪਿਛਲਾ ਕੱਤਕ ਮਹੀਨਾ ਵੀ ਤਕਰੀਬਨ ਵਧੀਆ ਲੱਗਿਆ, ਫਿਰ ਵੀ ਕੱਤਕ ਮਹੀਨੇ ਦੇ ਵਿੱਚ ਜ਼ਿਆਦਾ ਦੁਪਹਿਰੇ ਗਰਮੀ ਜ਼ਿਆਦਾ ਹੋ ਜਾਂਦੀ ਸੀ। ਪਰ ਹੁਣ ਜਿਹੜਾ ਅੱਗੇ ਆਉਣਾ ਸਿਸਟਮ, ਨਾ ਜ਼ਿਆਦਾ ਸਰਦੀ ਤੇ ਨਾ ਜ਼ਿਆਦਾ ਗਰਮੀ, ਬੜਾ ਸਮਾਨ ਅੰਤਰ ਹੈ। ਪਰ ਸਾਡਾ ਜੀ, ਔਰ ਅਸੀਂ ਵਿਹਲੇ ਹਾਂ। ਖਾਸ ਕਰਕੇ ਕਿਸਾਨ ਨੂੰ ਸਭ ਤੋਂ ਜ਼ਿਆਦਾ ਕੰਮ ਹੁੰਦਾ ਹੈ। ਕਿਸਾਨ ਹੁਣ ਤਕਰੀਬਨ ਪੱਠੇ ਪਾਉਣ ਤੱਕ ਹੀ ਸੀਮਿਤ ਹੈ। ਪੱਠੇ ਪਾਉਣ ਤੱਕ ਹੀ ਕਹਿੰਦੇ ਨਾ, ਕਣਕ ਬੀਜ ਕੇ ਆਪਾਂ ਵਿਹਲੇ ਹੋ ਜਾਣਾ, ਫਿਰ ਆਪਾਂ ਫਲਾਣੇ ਥਾਂ 'ਤੇ ਜਾਵਾਂਗੇ, ਫਲਾਣੇ ਥਾਂ ਘੁੰਮ ਕੇ ਆਵਾਂਗੇ। ਬੱਚੇ ਵੀ ਕਹਿ ਦਿੰਦੇ ਨੇ ਵੀ ਸਾਡਾ ਖੇਤੀਬਾੜੀ ਦਾ ਕੰਮ ਖਤਮ ਹੋ ਗਿਆ ਹੈ। ਵੀ ਜਾਣੀ ਕਿ ਸਭ ਤੋਂ ਜ਼ਿਆਦਾ ਕਿਸਾਨ ਨੂੰ ਕੰਮ ਹੁੰਦਾ ਹੈ। ਬਾਕੀ ਦੁਕਾਨਦਾਰਾਂ ਦਾ, ਵਪਾਰੀਆਂ ਦਾ, ਹੋਰ ਵੀ ਕਈ ਸਿਸਟਮ ਉਹਦਾ ਚੱਲੀ ਜਾਣੇ ਨੇ, ਉਹਦਾ ਟਾਈਮ ਟੂ ਟਾਈਮ ਚੱਲੀ ਜਾਂਦੇ ਨੇ। ਪਰ ਸਭ ਤੋਂ ਜ਼ਿਆਦਾ ਕਿਸਾਨ ਦਾ, ਕਿਉਂਕਿ ਕਿਸਾਨ ਨੇ ਇਹ ਫਸਲ ਚੱਕਣੀ ਹੁੰਦੀ ਹੈ, ਚੱਕ ਕੇ ਉਸ ਤੋਂ ਬਾਅਦ ਤੁਰੰਤ ਹੀ, ਸਮਾਂ ਥੋੜ੍ਹਾ ਹੁੰਦਾ ਹੈ। ਉਹ ਸਿਆਣਿਆਂ ਨੇ ਕਿਹਾ ਸੀ ਨਾ, ਕੱਤੇ ਮਹੀਨੇ ਦੇ ਵਿੱਚ ਕਿਸੇ ਦੀ ਮਾਂ ਮਰ ਗਈ ਸੀ, ਕੱਤੇ ਮਹੀਨੇ ਦੇ ਵਿੱਚ ਕਿਸੇ ਦੀ ਮਾਂ ਮਰ ਗਈ ਸੀ, ਉਹਨਾਂ ਨੇ ਭੜੋਲੇ 'ਚ ਪਾ ਲਈ ਸੀ ਵੀ ਉਦੋਂ ਦੱਸਾਂਗੇ ਲੋਕਾਂ ਨੂੰ ਜਦੋਂ ਸਾਡੀ ਕਣਕ ਕੁਣਕ ਬੀਜੀ ਗਈ। ਇਹ ਕਹਾਵਤ ਬਣਾਈ ਹੈ। ਕਿਉਂ? ਵੀ ਸਮਾਂ ਨਹੀਂ ਹੁੰਦਾ। ਇੱਕ ਬੰਨੇ ਫਸਲ ਅਸੀਂ ਚੱਕਣੀ, ਅੱਜ ਤੇ ਚਲੋ ਮਸ਼ੀਨਰੀ ਹੈ ਸਾਡੇ ਕੋਲ, ਢਾਹ ਢਵਾਈ ਵੀ, ਜ਼ਮੀਨ ਵੀ ਛੇਤੀ ਬਣ ਜਾਂਦੀ ਹੈ। ਪਹਿਲੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਵੀ ਸਾਰਾ ਕੁਛ ਬੰਦਾ ਹੀ ਕਰਦਾ ਸੀ, ਜਾਂ ਬੈਲ ਬੌਲਦਾਂ ਦੇ ਨਾਲ ਸਾਰਾ ਕੁਛ ਕਰਦੇ ਸੀ, ਤੇ ਇੰਨਾ ਸਮਾਂ ਨਹੀਂ ਵਾਹੁਣੀ, ਸਾਰਾ ਰਾਤ ਦਿਨ ਲੱਗ ਜਾਣੀ, ਬੜਾ ਕੁਛ ਹੋ ਜਾਣਾ, ਰਾਤ ਵੀ ਜ਼ਮੀਨਾਂ ਵਾਹੀ ਜਾਣੀਆਂ। ਹੁਣ ਤੇ ਚਲੋ ਥੋੜ੍ਹਾ ਜਿਹਾ ਮਸ਼ੀਨਰੀ ਸਾਇੰਸ ਨੇ ਸਾਨੂੰ ਸੌਖਾ ਕਰ ਦਿੱਤਾ ਹੈ, ਹੁਣ ਤੇ ਕੋਈ ਇੰਨਾ ਖੇਤੀਬਾੜੀ, ਪਰ ਫਿਰ ਵੀ ਕਿਸਾਨ ਦਾ ਬੱਚਾ ਖੇਤੀ ਕਰਨਾ ਚਾਹੁੰਦਾ ਨਹੀਂ। ਉਹਨੂੰ ਪਤਾ ਵੱਟ ਬੰਨੇ ਤਾਂ ਬਣਾਉਣੇ ਹੀ ਪੈਣੇ ਨੇ ਨਾ, ਮੋਟਰ ਤੇ ਚਲਾਉਣੀ ਪੈਣੀ, ਪਾਣੀ ਤੇ ਲਾਉਣਾ ਹੀ ਪੈਣਾ ਰਾਤ ਨੂੰ, ਉਹ ਤੇ ਨਹੀਂ ਆਟੋਮੈਟਿਕ ਲਾ ਦੇਣਾ। ਕਿਸਾਨ ਦਾ ਬੱਚਾ ਫਿਰ ਵੀ ਕਿਸਾਨੀ ਨਹੀਂ ਕਰਨੀ ਚਾਹੁੰਦਾ। ਔਰ ਇੱਕ ਸਰਕਾਰਾਂ ਦੀ ਮਾਰ ਹੈ ਵੀ ਰੇਟ ਨਹੀਂ ਦੇਣਾ, ਮੁੱਲ ਨਹੀਂ ਦੇਣਾ, ਬਾਕੀ ਸਾਰੇ ਚੀਜ਼ਾਂ ਦੇ ਰੇਟ ਵਧਾਈ ਜਾਂਦੇ ਨੇ, ਮਹਿੰਗਾਈ ਕਰੀ ਜਾਂਦੇ ਨੇ। ਜਿਵੇਂ ਕੈਮੀਕਲ ਪੈਂਦੇ ਨੇ, ਖਾਦਾਂ ਪੈਂਦੀਆਂ, ਦਵਾਈਆਂ ਪੈਂਦੀਆਂ, ਉਹਨਾਂ ਦੇ ਰੇਟ ਸਮਾਨ ਨੂੰ ਛੂਹ ਗਏ ਨੇ, ਤੇ ਜਿਹੜਾ ਫਸਲ ਦਾ ਰੇਟ ਉਹ ਮਿਲਦਾ ਨਹੀਂ। ਕਿਸਾਨ ਦਾ ਬੱਚਾ ਕਰੇ ਵੀ ਕੀ ਤੇ ਕੀ ਨਾ ਕਰੇ। ਇਸੇ ਕਰਕੇ ਤਾਂ ਸਾਰੇ ਕਿੱਧਰ ਨੂੰ ਭੱਜੀ ਜਾਂਦੇ ਨੇ। ਆਪਣਾ ਜਿਹੜਾ ਪੰਜਾਬ ਸੀ, ਸੋਨੇ ਦੀ ਚਿੜੀ, ਇਹਨੂੰ ਛੱਡ ਕੇ ਜਿਨ੍ਹਾਂ ਨੂੰ ਆਪਾਂ ਦੇਸ਼ 'ਚੋਂ ਕੱਢਿਆ ਸੀ, ਜਿਨ੍ਹਾਂ ਗੋਰਿਆਂ ਨੂੰ ਕੱਢਿਆ ਸੀ, ਉਹਨਾਂ ਦੇ ਥੱਲੇ ਜਾ ਕੇ ਅਸੀਂ ਕੰਮ ਕਰਦੇ। ਤੇ ਉਹਨਾਂ ਨੇ ਤਾਂ ਸਾਡੇ ਤੋਂ ਉਹੋ ਜਿਹੇ ਕੰਮ ਕਰਾਉਣਾ ਭਾਈ। ਉਹਨਾਂ ਨੇ ਜਾਂਦਿਆਂ ਸਾਨੂੰ ਗੱਦੀ ਤੇ ਥੋੜ੍ਹਾ ਬਾ ਦੇਣਾ। ਗੁਰੂ परमात्मा परमेश्वर ਸਾਡੇ ਤੇ ਕਿਰਪਾ ਕਰੇ, ਸਾਨੂੰ ਸਮਝਾਉਣਾ ਕੀਤਾ ਵੀ ਤੂੰ ਬੰਦਿਆ ਵਿਹਲਾ ਹੋ ਗਿਆ, ਇਹ ਸਮੇਂ ਦੇ ਵਿੱਚ ਵਿਹਲਾ ਹੈ, ਠੰਡੀ ਮਿੱਟੀ ਰੁੱਤ ਹੈ, ਤੇ ਤੂੰ परमात्मा ਦੇ ਸੋਲੇ ਗਹਿਣ ਕਰਿਆ ਕਰ, परमात्मा ਦੀਆਂ ਕਹਾਣੀਆਂ ਪੜ੍ਹਿਆ ਕਰ, ਤੇ परमात्मा ਦੇ ਨਾਲ ਜੁੜਿਆ ਕਰ। ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਸੋਹਣੀਆਂ ਲੱਗਦੀਆਂ ਨੇ ਜੀਵ ਇਸਤਰੀਆਂ, ਭਾਵੇਂ ਪੁਰਸ਼ ਹੋਵੇ ਤੇ ਭਾਵੇਂ ਨਾਰੀ ਹੋਵੇ, ਦੋਨਾਂ ਦੇ ਵਿੱਚੋਂ ਜਿਹੜੇ परमात्मा ਨੂੰ ਧਿਆਉਂਦੇ ਨੇ। ਉਹ ਗੁਰੂ ਸਾਹਿਬ ਜੀ ਕਹਿੰਦੇ ਨੇ, ਮੱਘਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ परमात्मा ਦੇ, ਭਾਵੇਂ ਜਿੱਥੇ ਮਰਜ਼ੀ ਤੁਰੀਆਂ ਫਿਰਨ, ਜਿੱਥੇ ਮਰਜ਼ੀ ਮਨੁੱਖ ਤੁਰਿਆ ਫਿਰੇ, ਪਰ ਉਹਦੇ ਕੋਲ ਵਿਚਾਰਧਾਰਾ परमात्मा ਵਾਲੀ ਹੋਵੇ। ਅੱਗੇ ਗੁਰੂ ਸਾਹਿਬ ਜੀ ਕਹਿੰਦੇ, ਤਿੰਨ ਕੀ ਸੋਭਾ ਕਿਆ ਗਣੀ, ਜੈ ਸਾਹਿਬ ਮੇਲਣੀਆਂ। ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਮਾਲਕ परमात्मा ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜੇ परमात्मा ਨੂੰ ਧਿਆਉਂਦੇ ਨੇ ਨਾ, ਉਹਨਾਂ ਦੀ ਸੋਭਾ ਗੁਰੂ ਸਾਹਿਬ ਜੀ ਕਹਿੰਦੇ ਕਥਨ ਨਹੀਂ ਕੀਤੀ ਜਾ ਸਕਦੀ। ਪਰ ਇਹ ਹੋਣੀ ਕਦੋਂ ਹੈ? ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਵੀ ਜਦੋਂ ਅਸੀਂ ਬਿਲਕੁਲ ਸਹੀ ਰਸਤੇ ਤੇ ਚੱਲਾਂਗੇ, ਜੇ ਭਟਕੇ ਹੋਏ ਰਸਤੇ ਤੇ ਚੱਲਾਂਗੇ
फिर ते नहीं गल बननी। रस्ता सच्चे मार्ग जिन्नी नाम ते आया गै मशक्कत घाल नानक ते मुख उजलै केती छुट्टी नाल। उन्हां दा जीवन सोहना बन के ते परमात्मा की कृपा सदका शोभा उन्हां नूं मिलनी है जिहड़े परमात्मा दे प्रथाएं अपना जीवन जीणगे। जिहड़े हुण परमात्मा नूं भुल के परमात्मा तो उल्ट हो के जीवन जीणगे उन्हां नूं शोभा ते नहीं मिलनी। उन्हां नूं शोभा ते नहीं मिलनी। उन्हां दे तां मूँह ते ही दुनियावी दुनिया कह दिंदी भी ये बंदा इस तरह का है। तो गुरु परमात्मा परमेश्वर की बाणी ने सानू ये समझाउणा कीता है कि गुरु साहब जी कहंदे तिन की शोभा क्या गणी जै सहब मेलड़ियां। उन्हां दी सेवा उन्हां दी शोभा परमात्मा आप करवाउंदा है जिहड़ियां परमात्मा दे नाल जुड़ियां होईयां ने। तन मन मौलिया राम सिओ संग साध सहेलड़ियां। ये हुण गुरमुख प्यारो अपना जिहड़ा शरीर है ना ये भी परमात्मा दा है। जिहड़ा इहदे विच मन है वो भी परमात्मा दा है। रात नूं जे तां किते अपने अंदर जज्बा होवे ते गुरु साहब की बाणी पढ़ के सोईए मन गुर मिल काज सवारे। मन जिहड़ा है गुरु ना मिलेगा तो काज किहड़ा सवारना है, ये शरीर भी सफल हो जाएगा। ते तीजे पातशाह साहब श्री गुरु अमरदास महाराज जी कहते ने काहे नानक एहो शरीर परवान हुआ जिन सतगुर स्यों चित लाया। ये शरीर किंदा परवान होना है जिन्हें हिंदे नाल चित ला लिया। ते गुरु साहब जी कहते ने तन मन मोलिया राम सिओ संग साध सहेलड़ियां। आपां वैसे रोज़ अरदास करते हैं सेही प्यारे मेल मिलदियां तेरा नाम चित आवे। इत्थे गुरु साहब जी ने कहा संग साध सहेलड़ियां ਜਿਹੜੀਆਂ सच्चे दी संगत करन वालियां सत संगियां दियां सहेलियां ने उन्हां ते परमात्मा किरपा करदा है। आपां सुबह शाम गुरु परमात्मा परमेश्वर की किरपा सदका सत संगत करते हैं ना भी सवेरे अमृत वेले दी ते शाम नूं संध्या समय दी। ते जिन्हां ते परमात्मा की किरपा हुंदी है कोई चलो घरे ही सुणदे ने। एक गुरमुख प्यारा ना काफ़ी दिन हो गए ने कहंदे भी साडे तो गुरुद्वारा साहब नहीं आया जाता। वैसे चलो असीं उन्हां दा जो सेंटेंस सी वो गलत है। वो पता की कहंदे सी, कहंदे तुहाडी बाणी साडी बाणी नहीं गुरमुख प्यारिओ, गुरबाणी है गुरु ग्रंथ साहिब महाराज दी। जे विचार भी असीं करते हैं ना गुरु ग्रंथ साहिब महाराज की बाणी की विचार हो रही है, साडी बाणी नहीं। उन्हें पता की क्या कहंदे तुहाडी बाणी असीं सुणदे आ, कथा भी तुहाडी सुणदे आ, साडी नहीं है। ये गुरु साहब की कथा है, गुरबाणी की कथा है, साडी नहीं। असीं तो बहुत पापी हैं पर साडे ते इन्नी कृपा करती परमात्मा ने कि सानू इहदी समझ दे दित्ती भी असीं भी समझ जाइए, साडा भी किते भला हो जावे। चलो जिहड़ा कुछ सुणदा होवेगा हुण ते चलो लाइव चलदा है, किते बाहर भी कुछ सुणदा होवेगा उन्हां वल्लों भी बड़े गुरु की कृपा सदका आउंदे ने, धन्नवाद करदे ने कि भाई तुसीं ओह गल करदे ने जिहड़े प्रचारक करदे नहीं। असीं ते फिर गुरु ग्रंथ क्योंकि सानू कोई दबाव नहीं है, जो गुरबाणी कहती है उनके मुताबिक असीं कथा करनी है। असीं किसी के प्रैशर ते दबाव ते राजनीतिक दे तां ते कथा नहीं, असीं जो गुरु साहब ने गल कह दी वो कह देनी है। तो कईयां दे उत्ते दबाव हुंदा, प्रैशर हुंदा, जिवें किसी संस्था के थल्ले कोई प्रचारक है जां उहने समाज नूं भी देखना है। जिवें पिंड दा पाठी सिंह है वह भी प्रचार तो कर सकता है पर पाठी सिंह का प्रचार नहीं तो अपने लागे ही फतेहगढ़ पैंतूर बंद करवा दिता। बड़ा चढ़दी कला वाला सी गुरु का सिख, उन्हें क्यों बंद करवा दिता कि उन्हें बेचारे ने निर्भर संगतां ते है। जो कमेटी ने कह दिता, क्योंकि उन्हें कमेटी ने कह दिता, क्यों कहता, कमेटी राजनीतिक लोगों की हुंदी है। कमेटी राजनीतिक लोगों की है, जिथे राजनीतिक प्रैशर है उत्थे गुरु साहब की कथा नहीं हो सकती, बंदे की हो सकती है। तो जो जिहड़ा गुरमुख प्यारा धड़क है जिन्हें गुरु साहब की कथा करनी उन्हें तो गल करनी है, गुरु साहब की गल करनी, उन्हें राजियां की भी करनी, राजनीतिकां की भी करनी, आम बंदे की भी गल करनी। पर
ਅੰਦਰ ਤੀਰ ਇਹੋ ਜਿਹਾ ਵੱਜਦਾ ਹੈ, ਉਹ ਚੁੱਭਦਾ ਹੈ। ਤੇ ਇੱਕ ਦਿਨ ਭਾਈ ਸਾਹਿਬ ਮੇਰੇ ਨਾਲ ਗੱਲ ਕਰ ਰਿਹਾ ਸੀ, ਕਹਿੰਦਾ ਭਾਈ ਸਾਹਿਬ ਤੁਸੀਂ ਹੈ ਜੋ ਆਪਣੇ ਇੱਥੇ ਇਲਾਕੇ ਦੇ ਵਿੱਚ ਗੁਰੂ ਸਾਹਿਬ ਦੀ ਗੱਲ ਕਰ ਸਕਦੇ, ਨਹੀਂ ਤੇ ਸਾਡੇ ਵੀ ਕਹਿੰਦਾ ਬੰਦ ਕਰਾ ਦਿੱਤੀ। ਕਹਿੰਦੇ ਕੋਈ ਗੱਲ ਨਹੀਂ, ਬੰਦ ਕਰਾਤੀ, ਮੈਂ ਤਾਂ ਗੁਰੂ ਸਾਹਿਬ ਦਾ ਜਿੰਨਾ ਕਰ ਸਕਦਾ ਮੈਂ ਤਾਂ ਉਹਨਾਂ ਕਰਦਾ ਹੀ ਹਾਂ। ਭਾਈ ਕੁਲਦੀਪ ਸਿੰਘ ਜੀ ਰਾਗੀ ਬਹੁਤ ਸਰਮੋਲ ਜਥਾ ਹੈ ਉਹਨਾਂ ਦਾ, ਰਾਗੀ ਦਾ ਵੀ ਕੰਮ ਕਰਦੇ ਨੇ ਤੇ ਨਾਲ ਨਾਲ ਬਾਣੀ ਵੀ ਪੜ੍ਹਦੇ ਨੇ। ਪਰ ਉਹਨਾਂ ਤੇ ਦੇਖੋ ਕਮੇਟੀ ਨੇ, ਕਮੇਟੀ ਕਹਿੰਦੇ ਰਾਜਨੀਤਿਕ ਲੋਕਾਂ ਦੀ ਕਮੇਟੀ ਹੈ ਤੇ ਕਮੇਟੀ ਨੂੰ ਚੰਗਾ ਨਹੀਂ ਲੱਗਦਾ। ਆ ਜਦੋਂ ਆਪਾਂ ਸ੍ਰੀ ਦਰਬਾਰ ਸਾਹਿਬ ਜਾਂਦੇ, ਆਪਾਂ ਤਾਂ ਪਰਮਾਤਮਾ ਦਾ ਘਰ ਜਾ ਕੇ ਸਮਝਦੇ, ਉੱਥੇ ਰਾਜਨੀਤਿਕ ਲੋਕ ਉੱਤੇ ਹਾਵੀ ਨੇ। ਜਿਹੜਾ ਮਾੜਾ ਜਿਹਾ ਵੀ ਕੋਈ ਬੋਲ ਦਿੰਦਾ ਉਹਦੀ ਕਥਾ ਵੀ ਬੰਦ ਕਰਾ ਦਿੰਦੇ ਨੇ ਤੇ ਉਹਦਾ ਸਾਰਾ ਕੁਝ ਕਰਾ ਦਿੰਦੇ ਨੇ। ਆ ਭਾਈ ਬਲਦੇਵ ਸਿੰਘ ਵਡਾਲੇ ਨੂੰ ਕਿਉਂ ਉੱਥੋਂ ਕੱਢਿਆ ਗਿਆ? ਉਹਨੇ ਰਾਜਿਆਂ ਦੇ ਬਾਰੇ ਜੋ ਗੁਰਬਾਣੀ 'ਚ ਲਿਖਿਆ ਸੀ ਉਹ ਸ਼ਬਦ ਗਾਇਨ ਕੀਤਾ ਸੀ, ਤਾਂ ਹੀ ਕੱਢਿਆ। ਅੱਜ ਗੁਰੂ ਸਾਹਿਬ ਦੀ ਗੱਲ ਕਰਨੀ ਤੇ ਸਹਿਣੀ ਬਹੁਤ ਔਖੀ ਹੈ, ਕਰਨੀ ਤੇ ਸਹਿਣੀ ਬਹੁਤ ਔਖੀ ਹੈ। ਗੁਰੂ ਸਾਹਿਬ ਨੇ ਤਾਂ ਉਹ ਗੱਲ ਕਰਨੀ ਜਿਹੜੀ ਸਾਡੇ ਹਿਰਦੇ 'ਚ ਪਾਪ ਆ ਸਾਡੇ, ਕਿਉਂਕਿ ਗੁਰਬਾਣੀ ਇਕੱਲੀ ਗਰੀਬ ਬੰਦੇ ਵਾਸਤੇ ਨਹੀਂ ਹੈ, ਆਮ ਬੰਦੇ ਵਾਸਤੇ ਨਹੀਂ ਹੈ, ਇਹ ਰਾਜਿਆਂ ਵਾਸਤੇ ਵੀ ਉਹੀ ਹੈ, ਕੰਗਾਲ ਵਾਸਤੇ ਵੀ ਉਹੀ ਹੈ, ਰਾਜਨੀਤਿਕ ਲੋਕਾਂ ਵਾਸਤੇ ਵੀ ਗੁਰਬਾਣੀ ਤੋਂ ਉਹੀ ਹੈ। ਤੇ ਗੁਰੂ ਸਾਹਿਬ ਜੀ ਨੇ ਇਹ ਸਾਨੂੰ ਸਮਝਾਉਣਾ ਕੀਤਾ, ਜੇ ਕਿਤੇ ਸਮਝ ਆ ਜਾਵੇ। ਗੁਰੂ ਸਾਹਿਬ ਜੀ ਕਹਿੰਦੇ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ, ਵੀ ਜਿਹੜੀਆਂ ਸਤ ਸੰਗ ਦੇ ਵਿੱਚ ਆ ਕੇ ਉਹਨਾਂ ਸਹੇਲੀਆਂ ਦੇ ਨਾਲ, ਜਿਹੜੀਆਂ ਸਤਸੰਗੀ ਸਹੇਲੀਆਂ ਨੇ ਉਹਨਾਂ ਦੇ ਨਾਲ ਖੜੀਆਂ ਨੇ, ਪ੍ਰਮਾਤਮਾ ਕਹਿੰਦੇ ਵੀ ਉਹਨਾਂ ਦਾ ਤਨ ਮਨ ਜਿਹੜਾ ਹੈ, ਤਨ ਤੇ ਮਨ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਸਾਜ ਜਿਨ੍ਹਾਂ ਤੇ ਬਾਰੀ ਸੇ ਰਹਿਣ ਅਕੇਲੜੀਆਂ। ਗੁਰੂ ਸਾਹਿਬ ਜੀ ਕਹਿੰਦੇ ਨੇ ਸਾਧ ਜਿਨ੍ਹਾਂ ਤੇ ਬਾਰੀ ਸੇ ਰਹਿਣ ਅਕੇਲੜੀਆਂ, ਜਿਹੜੀਆਂ ਪ੍ਰਮਾਤਮਾ ਤੋਂ ਪਾਸੇ ਤੁਰੀਆਂ ਫਿਰਦੀਆਂ ਨੇ ਉਹ ਕੱਲੀਆਂ ਹੀ ਰਹਿ ਜਾਂਦੀਆਂ ਨੇ। ਕੱਲੀਆਂ ਦਾ ਮਤਲਬ ਉਹਨਾਂ ਨੂੰ ਨਾ ਤੇ ਪ੍ਰਮਾਤਮਾ ਪੁੱਛਦਾ ਤੇ ਨਾ ਦੁਨੀਆ ਪੁੱਛਦੀ ਹੈ, ਨਾ ਪ੍ਰਮਾਤਮਾ ਪੁੱਛਦਾ, ਕਿਉਂਕਿ ਪ੍ਰਮਾਤਮਾ ਵੱਲੋਂ ਵੀ ਗਏ। ਹੁਣ ਆਪਾਂ ਤਾਂ ਦੇਖ ਹੀ ਲਿਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਈ ਸੀ, ਗੁਰੂ ਵੱਲੋਂ ਵੀ ਗਏ ਤੇ ਦੁਨੀਆ ਵੱਲੋਂ ਵੀ ਗਏ, ਦੁਨੀਆ ਦੇ ਮਗਰ ਤੁਰੇ ਫਿਰਦੇ ਨੇ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਉਣ ਦੇ ਵਿੱਚ ਹੱਥ ਸੀ, ਜਿਨ੍ਹਾਂ ਦਾ ਆਪਾਂ ਦੇਖਦੇ ਹੀ ਹਾਂ। 2015 ਦੇ ਵਿੱਚ ਇਹਨਾਂ ਨੇ ਕਰਵਾਈ ਸੀ ਤੇ ਦੁਨੀਆ ਨੇ 2017 'ਚ ਹੀ ਦੱਸ ਦਿੱਤਾ ਇਹਨਾਂ ਨੂੰ ਵੀ ਕੀ ਤੁਹਾਡਾ ਹਾਲ ਬਣਾ ਦਿੱਤਾ। ਤੇ ਹੁਣ ਲੱਭਦੇ ਫਿਰਦੇ ਨੇ ਕਿ 2000 ਜਿਹੜਾ ਅੱਗੇ 22 ਆਉਣਾ ਹੈ, 2022 ਨੂੰ ਲੱਭਦੇ ਫਿਰਦੇ ਨੇ ਤੇ 2022 'ਚ ਵੀ ਇਦੋਂ ਵੀ ਜ਼ਿਆਦਾ ਕੁੱਤੇ ਖਾਣੀ ਹੋਣੀ ਇਹਨਾਂ ਦੀ। ਵੀ ਗੁਰੂ ਵੱਲੋਂ ਵੀ ਗਿਆ, ਸੰਸਾਰ ਵੱਲੋਂ ਵੀ ਗਿਆ। ਜਿਹੜਾ ਬੰਦਾ ਗੁਰੂ ਪਰਮਾਤਮਾ ਪਰਮੇਸ਼ਰ ਦਾ ਨਹੀਂ ਬਣਦਾ, ਸਾਡੇ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਬਣਿਆ, ਉਹ ਦੁਨੀਆ ਦਾ ਕਿੱਥੇ ਬਣ ਜਾਏਗਾ ਬਈ? ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਹੀਂ ਬਣਿਆ ਉਹ ਦੁਨੀਆ ਦਾ ਕਿੱਥੇ ਬਣ ਜਾਏਗਾ? ਤੇ ਗੁਰੂ ਪਰਮਾਤਮਾ ਪਰਮੇਸ਼ਰ ਦੀ ਸਾਡੇ ਤੇ ਕਿਰਪਾ ਹੈ ਮਾਲਕ ਦੀ, ਕਿ ਗੁਰਬਾਣੀ ਸਾਨੂੰ ਇਹ ਸਮਝਾਉਣਾ ਕਰਦੀ ਹੈ ਕਿ ਜਿਹੜਾ ਗੁਰੂ ਦਾ ਬਣਿਆ ਰਹੇਗਾ, ਗੁਰੂ ਵੀ ਉਹਦਾ ਬਣਿਆ ਰਹੇਗਾ ਤੇ ਦੁਨੀਆ ਵੀ ਉਹਦੀ ਬਣੀ ਰਹੇਗੀ। ਜਿਹੜਾ ਗੁਰੂ ਨੂੰ ਧੋਖਾ ਦੇ ਦਿੰਦਾ, ਗੁਰੂ ਨੂੰ ਧੋਖਾ ਨਹੀਂ ਦਿੰਦਾ, ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਕੋਈ ਵੀ ਬੰਦਾ ਦੁਨੀਆ ਦੇ ਵਿੱਚ ਕਿਸੇ ਨੂੰ ਕੋਈ ਧੋਖਾ ਨਹੀਂ। ਆਪਾਂ ਕਹਿੰਦੇ ਫਲਾਣੇ ਬੰਦੇ ਨੇ ਫਲਾਣੇ ਨੂੰ ਧੋਖਾ ਦੇ ਦਿੱਤਾ, 1 2 4 10 ਬੰਦਿਆਂ ਨੂੰ ਧੋਖਾ ਦੇ ਦਿੱਤਾ, ਪਰ ਰੱਬ ਨੂੰ ਇਹੋ ਜਿਹਾ ਧੋਖਾ ਦਿੰਦਾ ਉਹ ਰੋਂਦਾ ਹੀ ਫਿਰਦਾ। ਫਿਰ ਰੱਬ ਹੀ ਕਰਦਾ ਹੈ, ਪ੍ਰਮਾਤਮਾ ਹੀ ਕਰਦਾ ਹੈ, ਪ੍ਰਮਾਤਮਾ ਹੀ ਉਹਦਾ ਹੰਕਾਰ ਤੋੜਦਾ, ਪ੍ਰਮਾਤਮਾ ਹੀ ਉਹਨੂੰ ਮਿੱਟੀ 'ਚ ਮਿਲਾ ਦਿੰਦਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਤੇ ਨਾਲ ਹੀ ਗੁਰਬਾਣੀ ਕਹਿੰਦੀ ਜੇ ਨਦਰ ਅਪੁੱਠੀ ਕਰਿਆ ਸੁਲਤਾਨਾ ਘਾਉ ਕਰਾਇੰਦਾ। ਉਹਨਾਂ ਨੂੰ ਪਟਕ ਦਿੰਦਾ ਧਰਤੀ ਤੇ, ਜਿਹੜੇ ਆਪਣੇ ਆਪ ਦੇ ਵਿੱਚ ਹੰਕਾਰ ਦੇ ਵਿੱਚ ਵੀ ਸਾਡੇ ਵਰਗਾ ਕੋਈ ਨਹੀਂ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਧ ਜਿਨ੍ਹਾਂ ਤੇ ਬਾਰੀ ਸੇ ਰਹਿਣ ਅਕੇਲਣੀਆਂ। ਗੁਰੂ ਸਾਹਿਬ ਜੀ ਕਹਿੰਦੇ ਪਰ ਜਿਹੜੀਆਂ ਜੀਵ ਇਸਤਰੀਆਂ ਸਤਸੰਗੀਆਂ ਦੀ ਸੰਗ ਤੋਂ ਵਾਂਝੀਆਂ ਰਹਿੰਦੀਆਂ ਨੇ, ਉਹ ਕੱਲੀਆਂ ਹੀ ਛੁੱਟੜੀ ਹੀ ਰਹਿ ਜਾਂਦੀਆਂ ਨੇ। ਉਹਨਾਂ ਦਾ ਨਾਂ ਇੱਥੇ ਕੋਈ ਸੁਭਾਗ ਤੇ ਨਾ ਰੱਬ ਦੇ ਕਰੇ, ਉਹਨਾਂ ਦਾ ਇੱਥੇ ਵੀ ਕੋਈ ਹਾਲ ਨਹੀਂ। ਆਪਾਂ ਦੇਖਦੇ ਹੀ ਆ ਨਾ, ਇੱਥੇ ਵੀ ਕੋਈ ਹਾਲ ਨਹੀਂ।
ਵਹਿਮਾਂ ਭਰਮਾਂ ਦੇ ਜਜਾਲਾਂ 'ਚ ਪੈ ਕੇ ਥਾਂ ਥਾਂ ਤੇ ਘੁੰਮੀ ਜਾਣਾ, ਮਿਲਣਾ ਕੁਛ ਨਹੀਂ, ਆਪਣਾ ਆਪ ਵੀ ਗਵਾ ਲੈਣਾ ਤੇ ਪ੍ਰਮਾਤਮਾ ਵੱਲੋਂ ਵੀ ਗਏ। ਗੁਰੂ ਸਾਹਿਬ ਜੀ ਕਹਿੰਦੇ ਉਹ ਅਕੇਲੜੀਆਂ ਰਹਿ ਜਾਂਦੀਆਂ ਨੇ, ਇਕੱਲੀਆਂ ਰਹਿ ਜਾਂਦੀਆਂ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਤੈਨਾ ਦੁੱਖ ਨਾ ਕਬਹੂ ਉਤਰੇ ਸੇ ਜੰਮ ਕੇ ਵਸ ਪੜੀਆਂ। ਉਹਨਾਂ ਦਾ ਦੁੱਖ ਨਹੀਂ ਉਤਰਦਾ, ਕਿਉਂਕਿ ਕੋਈ ਜ਼ਰੂਰੀ ਨਹੀਂ ਹੈ ਉਹਨਾਂ 'ਚ ਵਾਸ਼ਨਾ ਭਾਵੇਂ ਇੱਕ ਹੀ ਹੋਵੇ, ਉਹੀ ਉਹਨਾਂ ਨੂੰ ਕਿਤੇ ਦੀ ਕਿਤੇ ਜੰਮ ਕਿਹਨੂੰ ਕਿਹਾ? ਵਾਸ਼ਨਾ ਨੂੰ। ਗੁਰੂ ਸਾਹਿਬ ਜੀ ਕਹਿੰਦੇ ਤਿੰਨ ਦੁੱਖ ਨਾ ਕਬਹੂ ਉਤਰੇ ਸੇ ਜੰਮ ਕੇ ਵਸ ਪੜੀਆਂ। ਉਹਨਾਂ ਦਾ ਕਿਤੇ ਵਾਸਤੇ ਵੀ ਉਹਨਾਂ ਦੇ ਦੁੱਖ ਨਹੀਂ ਉਤਰਦੇ। ਆਪਾਂ ਦੇਖਦੇ ਹਾਂ ਦੁਨੀਆ ਦੇ ਵਿੱਚ ਕਿਸੇ ਨੂੰ ਮਾਇਆਧਾਰੀ ਬੰਦਾ ਜੇ ਤਾਂ ਗੁਰੂ ਪਰਮਾਤਮਾ ਪਰਮੇਸ਼ਰ ਨਾਲ ਜੁੜਿਆ ਉਹ ਆਨੰਦਮਈ ਹੈ, ਤੇ ਜਿਹੜਾ ਗੁਰਬਾਣੀ ਤੋਂ ਬਾਹਰ ਹੋ ਕੇ ਵੀ ਮੇਰੇ ਵਰਗਾ ਸਿਆਣਾ ਨਹੀਂ, ਮੈਂ ਬੜਾ ਧਨ ਮਾਲ ਜੋੜਿਆ, ਉਹਨੂੰ ਕੋਈ ਨਾ ਕੋਈ ਦੁੱਖ ਲੱਗਾ ਹੀ ਰਹਿੰਦਾ। ਉਹਨੂੰ ਦੁੱਖ ਸਰੀਰਕ ਤੌਰ ਤੇ ਨਾ ਹੋਵੇਗਾ, ਸਮਾਜਿਕ ਤੌਰ ਤੇ ਕੋਈ ਦੁੱਖ ਨਾ ਹੋਵੇਗਾ, ਧੀਆਂ ਪੁੱਤਾਂ ਦਾ ਦੁੱਖ ਹੋਵੇਗਾ, ਇੱਕ ਚਿੰਤਾ ਦਾ ਵਿਸ਼ਾ ਜਿਹਨੂੰ ਗਮ ਕਹਿੰਦੇ, ਉਹ 24 ਘੰਟੇ ਮਾਇਆ ਕਰਕੇ ਹੀ ਦੁਨਿਆਵੀ ਦੁਨੀਆ ਨੇ ਵੀ ਮੇਰੇ ਕੋਲ ਮਾਇਆ ਵਾਧੂ ਹੋਣੀ ਸੀ, ਆਹ ਫਲਾਣੇ ਬੰਦੇ ਕੋਲ ਕਿਉਂ ਆ ਗਈ, ਆ ਵੀ ਗਮ ਹੈ, ਉਹਨੂੰ ਆਹ ਚਿੰਤਾ ਖਾਈ ਜਾਂਦੀ ਹੈ। ਕਈ ਬੰਦੇ ਕਹਿੰਦੇ ਨੇ ਨਾ ਮਨ ਦੇ ਵਿੱਚ, ਆਪਣੇ ਮਨ ਦੇ ਵਿੱਚ ਸੋਚਦੇ ਨੇ ਕਿ ਭਾਈ ਮੇਰੇ ਵਰਗੀ ਕਮਾਈ, ਮੇਰਾ ਤੇ ਦਿਮਾਗ ਬਹੁਤ ਸੀ, ਮੈਂ ਤੇ ਕੰਮ ਬਹੁਤ ਵਧੀਆ ਕਰਦਾ ਸੀ, ਪਰ ਮੇਰਾ ਗਵਾਂਢੀ ਨਿਕੰਮਾ ਜਿਹਾ ਸੀ, ਰੱਬ ਨੇ ਇਹਨੂੰ ਕਿਉਂ ਦੇ ਦਿੱਤਾ ਸਾਰਾ ਕੁਝ। ਆ ਕਈਆਂ ਦਾ ਨਾ ਗੁਰਮੁਖ ਪਿਆਰੋ ਦੇਖਣਾ ਮਨ, ਕੋਈ ਗਵਾਂਢੀ ਬਿਲਡਿੰਗ ਬਣਾਉਂਦਾ ਹੋਵੇਗਾ, ਕੋਈ ਗਵਾਂਢੀ ਕੰਮ ਕਰਦਾ ਹੋਵੇਗਾ ਚੰਗਾ, ਉਹ ਵੇਖ ਵੇਖ ਕੇ ਝੁਰੀ ਜਾਂਦਾ, ਉਹ ਇਹਨਾਂ ਦੇ ਘਰੇ ਤਾਂ ਇੰਨੀਆਂ ਇੱਟਾਂ ਆ ਗਈਆਂ, ਇੰਨਾ ਸੀਮੈਂਟ ਆ ਗਿਆ, ਇਹਨਾਂ ਤੋਂ ਵੱਡੀ ਕੋਠੀ ਪਾਉਣ ਲੱਗੇ, ਇਹ ਪੈਸਾ ਕਿੱਥੋਂ ਲਿਆਏ ਵੇ? ਵੇਖ ਵੇਖ ਕੇ ਝੁਰੀ ਜਾਂਦੇ ਨੇ ਕਈ ਬੰਦੇ। ਉਹ ਦੁੱਖ ਸਭ ਤੋਂ ਭੈੜਾ ਦੁੱਖ ਉਹ ਹੈ। ਇੱਕ ਤਾਂ ਦੁੱਖ ਹੋ ਗਿਆ ਨਾ ਸਰੀਰ ਦਾ, ਚੱਲ ਬੰਦਾ ਕਸ਼ਟ ਦਵਾਈ ਲੈ ਕੇ ਖਤਮ ਕਰ ਦੇਗਾ। ਜਿਹੜਾ ਕਿਸੇ ਨੂੰ ਦੇਖ ਕੇ ਦੁਖੀ ਹੋਣਾ, ਉਹ ਵੀ ਬੜਾ ਭੈੜਾ ਦੁੱਖ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਉਹਨਾਂ ਦੇ ਦੁੱਖ ਉਤਰਦੇ ਨਹੀਂ। ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ, ਤਿੰਨ ਦੁੱਖ ਨਾ ਕਬਹੂ ਉਤਰੇ ਸੇ ਜੰਮ ਕੇ ਵਸ ਪੜੀਆਂ। ਉਹ ਵਾਸ਼ਨਾ ਦੇ ਵਿੱਚ ਘਿਰੀਆਂ ਹੋਈਆਂ ਨੇ, ਉਹਨਾਂ ਨੂੰ ਪਰਮਾਤਮਾ ਛੱਡਦਾ ਨਹੀਂ ਵੀ ਤੁਸੀਂ ਆਹੀ ਕੰਮ ਕਰੋ। ਕਿਉਂ ਕਿ ਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਲ ਵਿਚਾਰ ਉਹਨਾਂ ਦੇ ਜੁੜਦੇ ਨਹੀਂ। ਵਿਚਾਰਾਂ ਕਰਕੇ ਤਾਂ ਸਤਿਕਾਰ ਹੈ, ਜਦੋਂ ਸਾਡੇ ਵਿਚਾਰ ਹੀ ਮਾੜੇ ਨੇ ਤੇ ਸਾਨੂੰ ਫਟਕਾਰਾਂ ਹੀ ਪੈਣੀਆਂ ਦੁਨੀਆ ਤੋਂ। ਜੇ ਸਾਡੇ ਵਿਚਾਰ ਗੁਰੂ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ ਰਲ ਜਾਣ ਤੇ ਪਰਮਾਤਮਾ ਸਾਡੇ ਤੇ ਵੀ ਕਿਰਪਾ ਕਰ ਦੇਵੇ। ਸਾਡੇ ਵਿਚਾਰ ਮਾੜੇ ਹੁੰਦੇ ਨੇ ਤੇ ਸਾਨੂੰ ਦੁਨੀਆ ਤੇ ਫਟਕਾਰ ਪੈਂਦੀ ਹੈ। ਅੱਗੇ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਇਸੇ ਮਹੀਨੇ ਦੇ ਵਿੱਚ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਧਿਆਇਆ ਨਾ, ਉਹ ਪ੍ਰਮਾਤਮਾ ਦੇ ਦਰ ਤੇ ਖੜੀਆਂ ਰਹਿੰਦੀਆਂ। ਜ਼ਰੂਰੀ ਨਹੀਂ ਕਿ ਇੱਥੇ ਹੀ ਖੜੇ ਰਹਿਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਖੜੇ ਰਹਿਣਾ। ਉਹਨਾਂ ਦੇ ਕਾਰ ਵਿਹਾਰ, ਕਾਰੋਬਾਰ, ਕਰਮ। ਕਈ ਬੰਦੇ ਆਪਾਂ ਸੁਣਦੇ ਆ ਨਾ ਦੁਨੀਆ ਦੇ ਉੱਤੇ, ਕਹਿੰਦੇ ਵੀ ਬੜਾ ਧਰਮੀ ਬੰਦਾ, ਵੀ ਧਰਮ ਨੂੰ ਮੱਧਿਆਂ 'ਚ ਰੱਖ ਕੇ ਉਹਨੇ ਆਪਣਾ ਫਰਜ਼ ਪਛਾਣੇ ਹੈ, ਉਹਨੇ ਕੋਈ ਮਾੜਾ ਕਰਮ ਨਹੀਂ ਕਰਨਾ, ਕਿਸੇ ਨਾਲ ਧੋਖਾ ਨਹੀਂ ਕਰਨਾ, ਕਿਸੇ ਨਾਲ ਠੱਗੀ ਨਹੀਂ ਕਰਨੀ, ਕਿਸੇ ਨਾਲ ਫਰੇਮ ਨਹੀਂ ਕਰਨਾ। ਉਹਦੇ ਅੰਦਰ ਪ੍ਰਮਾਤਮਾ 24 ਘੰਟੇ ਹਾਜ਼ਰ ਹੈ। ਤੇ ਕੌਣ ਰੱਖਦਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਜੇ ਸਾਡੇ ਅੰਦਰ ਹੋਵੇਗੀ, ਅਸੀਂ 100 ਵਾਰੀ ਸੋਚਾਂਗੇ ਵੀ ਭਾਈ ਆਹ ਚੰਗਾ ਕੰਮ ਮੈਨੂੰ ਕਰਨਾ ਚਾਹੀਦਾ, ਆਹ ਕੰਮ ਮਾੜਾ ਇਹ ਨਹੀਂ ਕਰਨਾ ਚਾਹੀਦਾ, ਜਿਹਦੇ ਵਿੱਚ ਕਿਸੇ ਦਾ ਨੁਕਸਾਨ ਹੋ ਸਕੇ। ਪਰ ਜ਼ਿਆਦਾਤਰ ਆਪਾਂ ਜਿਵੇਂ ਵਿਦਵਾਨ ਕਹਿੰਦੇ ਨੇ ਵੀ ਜਦੋਂ ਬੰਦਾ ਮਾੜਾ ਕੰਮ ਕਰਦਾ ਨਾ, ਉਦੋਂ ਕਹਿੰਦਾ ਰੱਬ ਕਿਹੜਾ ਮੇਰੇ ਕੋਲ ਹੈ। ਬੰਦਾ ਜਦੋਂ ਮਾੜਾ ਕਰਮ ਕਰਦਾ ਨਾ, ਉਦੋਂ ਕਹਿੰਦਾ ਰੱਬ ਮੇਰੇ ਕੋਲ ਨਹੀਂ ਹੈ। ਰੱਬ ਕਦੋਂ ਕੋਲ ਹੈ? ਜਾਂ ਤਾਂ ਉਹ ਗੁਰਦੁਆਰੇ ਆ ਗਿਆ, ਜਾਂ ਕਿਸੇ ਤੀਰਥ ਸਥਾਨ ਤੇ ਆ ਗਿਆ, ਜਾਂ ਉਹਨੇ ਕੋਈ ਭਲਾ ਕੰਮ ਕਰ ਲਿਆ, ਲੋਕਾਂ ਨੂੰ ਦੱਸਦਾ ਵੀ ਮੈਂ ਆਹ ਕੰਮ ਕੀਤਾ, ਉਦੋਂ ਕਹਿੰਦਾ ਰੱਬ ਮੇਰੇ ਕੋਲ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਹੜੇ
परमात्मा की विचारधारा नूं अपने हिरदे च रखते हैं। 24 घंटे परमात्मा उनके विच हाजिर रहिंदा है, उनके कोल रहिंदा है। गुरु साहब जी ने समझाउणा कीता है, साडे ते कृपा कीती, जिन्नी राविया प्रभ अपना परमात्मा नूं ध्याया। ते गुरु साहब जी कहंदे से दिसन नित खड़ियां, वो परमात्मा कोल हाजिर नाजर रहिंदियां ने, वो जीव इस्त्रियां परमात्मा को रहिंदियां ने। अगे गुरु साहब जी कहंदे रतन जवेर लाल हर कंठ तिना जड़ियां। हुण इत्थे गुरु साहब जी ने कीती है गल साडे गले दी। आपां तां वैसे गुस्ताखी माफ़ करना, कईयां नूं गुस्सा बड़ा लगदा है। वो कहंदे जे असीं सोना पा लिया, असीं कोई कपड़े चंगे पाले, इन्हां नूं की दर्द है, असीं उनदी गल नहीं करदे। पाओ भावें लखां दे पाओ, अरबां दे, खरबां दे, जो मर्जी पाओ, साडे वल्लों कोई नहीं। गुरु साहब की बाणी कहती है जिस बंदे दे हिरदे च परमात्मा है, गले दे विच परमात्मा है, उनदे मन दे विच ते तन दे विच समझ लो परमात्मा ने की पा दिता। गुरु साहब जी कहते रतन जवेर लाल, भी उन्होंने पाउण की लोड़ नहीं, उन्होंने पाउण की लोड़ नहीं, भी लोगों को दिखाउण की लोड़ नहीं कि मेरे को इन्ना सोना है, मेरे को इन्ना कुछ है। उन्होंने तो सिर्फ परमात्मा का ज्ञान आ गया कि परमात्मा के प्रथाएं जीना मैं, वो जो परमात्मा की गुरबाणी कहेगी उनके मुताबिक अपना जीवन जाएगा। तो गुरु साहब जी कहते भी सब तो कीमती शब्द गुरु साहब ने उनके गल च पा दिते। कीमती जवेर लाल रतन, गुर का शब्द रतन है, हीरे जित जड़ाओ। उन्होंने किंदे चढ़ाना है, यह हिरदे च चढ़ाना है, भी इहदे मुताबिक मेरे विचार गुरु परमात्मा परमेश्वर नाल जुड़ जाण। तो गुरु साहब जी ने यह समझाउणा कीता, साडे ते कृपा कीती है। गुरु साहब जी कहते भी जिहड़ियां जीव इस्त्रियां परमात्मा पति का साथ माणदियां ने, वकारां दे हल्लियां तो सचेत रहिंदियां ने, ते परमात्मा उन्हां दे हिरदे ते गल विच समझ लो कि उन्हें परमात्मा ने हीरे जवार लालां दा हार उनके गल विच पाया होया है। क्योंकि उन्हें गल ही रब की करनी है, गल ही सोहनी करनी, गल ही सच्ची करनी, गल झूठी करनी नहीं। तो समझ लो परमात्मा के जिहड़े सजे हुए हार जवाहर बनाए किन्ने ने, आ जिहड़े आपां पाउणे ना, सोना पाउणे आ जां आपां चांदी पाउणे आ जां हीरे रतन जिहड़े आपां पाउणे आ, ये सारे कित्थों मिलदे ने? परमात्मा ने सृष्टि बनाई, इहदे विच्चों निकलदे ने। कीमत जिहड़ी चीज़ घट होवे उहदी कीमत ज़्यादा हुंदी। लोहे की कीमत क्यों घट है, सोने की क्यों ज़्यादा है? सोना घट मिलता है, सोना घट मिलता है। आ जिवें हुण डीजल है, पेट्रोल है और कैरोसीन है, ये तीन क्वालिटी के तेल, इक्के तेल चों ही तीन बनते हैं तेल, इक्के चों ही। जिहड़ा सुपीरियर क्वालिटी का कैरोसीन हुंदा, जहाज़ां जिहड़ा तेल पैंदा, दास ने तो वेख्या होया भी वो भी इसे तेल चों निकलता है, पर उहदी परखण ज़्यादा की जाती है। पहला ये जो तेल निकलता है, इहदे विच पानी भी हुंदा है, मिट्टी भी हुंदी है, तेल भी हुंदा है। फिर वो मशीनां दे नाल ला ला के इन्हां नूं जिवें आपां कोई चीज़ फिल्टर कर दिंने, पुण दिंने, तो फिर तीन पार्ट दा बनदा है। तो गुरमुख प्यारो जिहड़ी चीज़ घट होवे उहदी कीमत ज़्यादा ही हुंदी है। हुण सोना घट मिलदा धरती चों और हीरा किते किते मिलदा है। हीरे दीयां दुकानां अपने किते जिलिਆਂ च नहीं हुंदियां, पंजाब दे विच एक अद्धी हीरिਆਂ दी दुकान होवेगी, तो वड्डे वड्डे शहरां दे विच एक जां दो होणगीਆਂ। हीरा किते रोजाना थोड़ा विकदा है, हीरा साल दे विच एक अद्धी वारी विकदा है, पर वो हीरे की कीमत इन्नी हुंदी, वो दुकानदार बैठदा तो रोजाना ही दुकान, हीरे दीयां दुकानां वाला भी रोजाना उत्थे बैठदा दुकान ते, भी किते ना किते गाहक आएगा ही, पर वो विकना साल दे विच एक अद्धी वारी। सोना तकरीबन रोज़ ही विकदा रहिंदा है, चांदी रोज़ ही विकदी रहिंदी, लोहा तो आपां नूं पता है क्वांटलां मूई रोज़ ही आपां बिल्डिंगां बनाउणे, रोज़ ही पुल बनदे ने, रोज़ ही वड्डियां वड्डियां दीवारां बनदियां ने, ये तो वाधू आउंदा है ना। तो गुरु साहब जी कहंदे जिहड़ा परमात्मा का नाम जपदा है ना, परमात्मा की गल करदा है, उहदे गल दे विच गुरु साहब जी कहंदे हीरे जवार रतन गुरु साहब ने परमात्मा ने पाए हुए ने। ये गुरु अर्जन देव महाराज जी कहते ने, गुरु साहब जी कहते ने कि भाई
रतन जवेर लाल हर कंठ तिना जड़ियां, नानक बाचे धूड़ तिन प्रभ सरनी दर पड़ियां। गुरु साहब जी वेखो किड्डी वडियाई दिंदे ने, ਜਿਹੜੇ ਰੱਬ ਦਾ ਨਾਮ ਧਿਆਉਂਦੇ ਨੇ, ਰੱਬ ਦੇ ਮਾਰਗ ਤੇ ਚੱਲਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਹੇ ਨਾਨਕ ਉਹਨਾਂ ਸਤ ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਜੋ ਪ੍ਰਮਾਤਮਾ ਦੇ ਦਰ ਤੇ ਸਦਾ ਵਾਸਤੇ ਖੜੇ ਰਹਿੰਦੇ ਨੇ। ਹੁਣ ਪ੍ਰਮਾਤਮਾ ਦੇ ਦਰ ਤੇ ਕਿਹੜਾ ਖੜਾ ਰਹੇਗਾ? ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਪ੍ਰਮਾਤਮਾ ਨੂੰ ਧਿਆਉਂਦਾ ਹੈ, ਸਵਾਸ ਗਰਾਸ ਹਰ ਹਰ ਧਿਆਈ ਹੈ। ਜਿਹੜਾ ਸਵਾਸ ਲੈਂਦਿਆਂ ਤੇ ਰੋਟੀ ਖਾਂਦਿਆਂ ਵੀ ਪ੍ਰਮਾਤਮਾ ਨੂੰ ਧਿਆਉਂਦਾ ਹੈ, ਜਿਹੜਾ ਅੱਠੇ ਪੁਰ ਤੁਧ ਆਰਾਧੀ ਹੈ, ਜਿਹੜਾ ਅੱਠੇ ਪੈਰ ਪ੍ਰਮਾਤਮਾ ਨੂੰ ਧਿਆਉਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਣਦੇ ਹਾਂ। ਤੇ ਅਖੀਰਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ, ਮਗਰ ਪ੍ਰਭ ਆਰਾਧਨਾ ਬੌੜ ਨਾ ਜਨਮੜੀਆਂ। ਗੁਰੂ ਸਾਹਿਬ ਜੀ ਕਹਿੰਦੇ ਇਸ ਮਹੀਨੇ ਦੇ ਵਿੱਚ ਜਿਹੜਾ ਪ੍ਰਮਾਤਮਾ ਨੂੰ ਧਿਆਉਂਦਾ ਵਾਰ-ਵਾਰ ਦੇ ਜਨਮ ਨਹੀਂ ਹੋਣਗੇ। ਹੁਣ ਅਸੀਂ ਵੇਖਣਾ ਹੈ ਵੀ ਪ੍ਰਮਾਤਮਾ ਨੂੰ ਧਿਆਉਣਾ ਕਿ ਦੁਨੀਆ ਨੂੰ ਧਿਆਉਣਾ ਹੈ। ਅਸੀਂ ਪ੍ਰਮਾਤਮਾ ਨੂੰ ਧਿਆਈਏ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਤਾਂ ਉਪਦੇਸ਼ ਬਖਸ਼ਣਾ ਹੈ, ਸਾਨੂੰ ਤਾਂ ਸੰਦੇਸ਼ ਦੇਣਾ ਹੈ ਵੀ ਆਹ ਚੀਜ਼ ਮੰਨ ਲਓ ਤੇ ਚੰਗੇ ਰਹਿ ਜਾਓਗੇ। ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ, ਮਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ, ਵੀ ਵਾਰ-ਵਾਰ ਦੇ ਜਨਮ ਨਹੀਂ ਹੋਣਗੇ। ਜਿਹੜਾ ਬੰਦਾ ਇੱਕ ਚਿੱਤ ਇੱਕ ਮਨ ਪ੍ਰਮਾਤਮਾ ਨੂੰ ਧਿਆਏਗਾ, ਪ੍ਰਮਾਤਮਾ ਉਹਦੇ ਤੇ ਕਿਰਪਾ ਕਰੇਗਾ। ਅਸੀਂ ਸਾਰੇ ਗੁਰੂ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ, ਕਿਉਂਕਿ ਸਮਾਂ ਹੋ ਗਿਆ, ਅਸੀਂ ਪ੍ਰਮਾਤਮਾ ਨੂੰ ਧਿਆਇਆ ਕਰੀਏ। ਪ੍ਰਮਾਤਮਾ ਕੋਲ ਹੀ ਸਾਰਾ ਕੁਝ ਮਿਲਣਾ ਹੈ। ਪ੍ਰਮਾਤਮਾ ਦੀ ਇਹ ਜਿੰਦ ਜਾਨ ਹੈ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਉਸ ਪ੍ਰਮਾਤਮਾ ਦਾ ਸਾਰਾ ਕੁਝ ਹੈ, ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਤੇ ਪ੍ਰਮਾਤਮਾ ਨੂੰ ਧਿਆਇਆ ਕਰੀਏ, ਪ੍ਰਮਾਤਮਾ ਕੋਲੋਂ ਸਭ ਕੁਝ ਪਾਇਆ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਅਸੀਂ ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਕਰਦੇ ਕਿਰਪਾ, ਹੋਈਆਂ ਵਿਚਾਰਾਂ ਸਾਡੇ ਹਿਰਦਿਆਂ 'ਚ ਵਸ ਜਾਣ, ਸਾਡਾ ਜੀਵਨ ਗੁਰਬਾਣੀ ਨਾਲ ਜੁੜ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਗੁਰਮੁਖ ਪਿਆਰੋ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ। ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਟੁੱਟੀਆਂ ਰਹਿ ਜਾਇਆ ਕਰਦੀਆਂ, ਕਿਉਂਕਿ ਗੁਰੂ ਗਿਆਨ ਦੇ ਬੱਚੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਤੇ ਗੁਰੂ ਦੀ ਸੰਗਤ ਮਾਫਯੋਗ ਹੈ, ਮਾਫ ਕਰ ਦੇਣਾ। ਅਗਾਂ ਤੋਂ ਬਾਣੀ ਪੜ੍ਹਨ ਸੁਣ ਸੇਵਾ ਸਿਮਰਨ ਅਤੇ ਗੁਰਬਾਣੀ ਦੀਆਂ ਵਿਚਾਰਾਂ ਕਰਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਸਮੱਤ ਬਖਸ਼ਣ। ਸਰਬਤ ਦਾ ਭਲਾ ਕਰਨ, ਸਭ ਨੂੰ ਨਾਮ ਧਨ ਦੇਣ, ਸਭ ਨੂੰ ਵਡਿਆਈਆਂ ਦੇਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।